ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ। ਮੋਰ ਪਿਤ ਪੂਰਬ ਕੀਅਸ ਭਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਜਬ ਹੀ ਜਾਤ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ। ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਬਿਖੈ ਭਵ ਲਇਓ। मधुर देश हमको ले आए, भांत भांत दाइयन दुलराए। कीनी अनक भांत तन रक्षा, दीनी भांत भांत की शिक्षा। जब हम धर्म कर्म मोह आए, देवलोक तब पिता सिधाए। कादरे हर कार गुरु गोबिंद सिंह, बेक सारा यार ਗੁਰ ਗੋਬਿੰਦ ਸਿੰਘ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਹਮ ਕੁਚਲ ਕੁਚੀਲ ਅਤ ਅਭਿਮਾਨੀ, ਮੇਰਾ ਸ਼ਬਦ ਮੈਲ ਉਤਾਰੀ। ਸੰਤੋ ਗੁਰਮੁਖ ਨਾਮ ਨਿਸਤਾਰੀ, ਸੱਚਾ ਨਾਮ ਵਸਿਆ ਘਟ ਅੰਤਰ। ਕਰਤਾ ਆਪ ਸੁਆਰੀ ਰਹਾ। ਹਮ ਕੁਚਲ ਕੁਚੀਲ ਅਤ ਅਭਿਮਾਨੀ, ਮੇਰਾ ਸ਼ਬਦ ਮੈਲ ਉਤਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਪਤਿਤ ਪਾਵਨ ਭਗਤ ਵਤਸਲ ਅੰਤਰਜਾਮੀ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜੇ ਹੋਏ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਅੱਜ ਪੋਸ ਦੀ 7ਵੀਂ ਦਾ ਦਿਹਾੜਾ ਹੈ। ਅੱਜ ਦੇ ਦਿਨ
ਕਲਗੀਧਰ ਪਾਤਸ਼ਾਹ, ਅੰਮ੍ਰਿਤ ਦੇ ਦਾਤੇ, ਪੰਥ ਦੇ ਵਾਲੀ, ਬਾਜਾਂ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਿਕਰਮੀ ਸੰਮਤ 1723 ਪੋਹ ਸੁਦੀ 7ਵੀਂ ਈਸਵੀ ਸਨ 1666 22 ਦਸੰਬਰ ਗਰੀਬ ਨਵਾਜ ਸਾਹਿਬ ਜੀ ਨੇ ਸ੍ਰੀ ਪਟਨਾ ਸਾਹਿਬ ਵਿਖੇ ਅੱਜ ਦੇ ਦਿਹਾੜੇ ਪ੍ਰਕਾਸ਼ ਧਾਰਿਆ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਰਬੱਤ ਗੁਰੂ ਕੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਗੁਰਸਿੱਖਾਂ ਮਨ ਵਧਾਈਆਂ, ਜਿਨੀ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੈ ਗੁਰਸਿੱਖਾਂ ਮਨ ਮਿੱਠਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਪ੍ਰਕਾਸ਼ ਧਾਰਨ ਦੀ ਕਥਾ ਵੀ ਆਪ ਲਿਖੀ ਹੈ, ਆਪਣੇ ਮੁਖ ਤੋਂ ਉਚਾਰਨ ਕੀਤੀ ਹੈ, ਤੇ ਆਪਣੇ ਪੂਰਬਲੇ ਜਨਮ ਦੀ ਕਥਾ ਵੀ ਮਹਾਰਾਜ ਸਾਹਿਬ ਜੀ ਨੇ ਆਪ ਉਚਾਰਨ ਕੀਤੀ ਹੈ। ਸਤਯੁਗ ਦੇ ਸਮੇਂ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਗੋਦਾਵਰੀ ਦੇ ਕੰਢੇ ਤੇ ਮਹਾਰਾਸ਼ਟਰ ਦੇ ਵਿੱਚ ਨੰਦੇੜ ਦੀ ਧਰਤੀ ਤੇ, ਜਿੱਥੇ ਗੁਰੂ ਕਾ ਤਖਤ ਸਾਹਿਬ ਸੱਚਖੰਡ ਦਰਬਾਰ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਸ਼ੋਭਾ ਪਾਉਂਦਾ ਹੈ, ਉਸ ਸਥਾਨ ਤੇ ਮਹਾਰਾਜ ਸਾਹਿਬ ਜੀ ਨੇ ਤਪੱਸਿਆ ਕੀਤੀ ਹੈ। ਪਹਿਲਾਂ ਰਾਜ ਭਾਗ ਕਰਦਿਆਂ ਔਰ ਜ਼ਾਲਮਾਂ ਨੂੰ, ਦੁਸ਼ਟਾਂ ਨੂੰ ਸੋਧਿਆ ਵੀ, ਤੇ ਆਪ ਜੀ ਦਾ ਨਾਮ ਉਸ ਵੇਲੇ ਰਾਜੇ ਦੇ ਰੂਪ ਦੇ ਵਿੱਚ ਦੁਸ਼ਟ ਦਮਨ ਹੋਇਆ। ਫਿਰ ਮਹਾਰਾਜ ਸਾਹਿਬ ਜੀ ਨੇ ਉਸ ਥਾਂ ਦੇ ਉੱਤੇ ਤਪ ਕੀਤਾ, ਤੇ ਉੱਥੇ ਤਪ ਕਰਦਿਆਂ ਹੋਇਆਂ ਫਿਰ ਕਲਗੀਧਰ ਪਾਤਸ਼ਾਹ ਗਰੀਬ ਨਵਾਜ ਹੇਮਕੁੰਡ ਸਾਹਿਬ ਦੀਆਂ ਪਹਾੜੀਆਂ ਤੇ ਜਾ ਕਰਕੇ ਤਪ ਕੀਤਾ। ਪਹਿਲਾਂ ਗੋਦਾਵਰੀ ਦੇ ਕੰਢੇ ਉੱਤੇ ਮਹਾਰਾਜ ਸਾਹਿਬ ਜੀ ਨੇ ਤਪ ਕੀਤਾ, ਕਿਉਂਕਿ ਜਦੋਂ ਗਰੀਬ ਨਵਾਜ ਸਾਹਿਬ ਜੀ ਉਸ ਥਾਂ ਤੇ ਪਹੁੰਚੇ ਸਨ ਦਸਮ ਸਰੂਪ ਦੇ ਵਿੱਚ, ਤੇ ਗੋਦਾਵਰੀ ਦੇ ਕੰਢੇ ਤੋਂ ਮਹਾਰਾਜ ਸਾਹਿਬ ਜੀ ਨੇ ਤੀਰ ਚਲਾਇਆ ਸੀ, ਤੇ ਜਿੱਥੇ ਅੱਜ ਕੱਲ ਤਖਤ ਸਾਹਿਬ ਹੈ ਉੱਥੇ ਮਸੀਤ ਸੀ, ਤੇ ਮਸੀਤ ਦੀ ਕੰਧ ਵਿੱਚ ਜਾ ਕੇ ਤੀਰ ਵੱਜਾ ਸੀ। ਇਤਿਹਾਸ ਵਿੱਚ ਲਿਖਿਆ ਹੈ। ਬਹਾਦਰ ਸ਼ਾਹ ਵੀ ਉੱਥੇ ਸੀ। ਗੁਰੂ ਸਾਹਿਬ ਜੀ ਨੇ ਖਾਲਸੇ ਨੂੰ ਆਖਿਆ ਵੀ ਜਿੱਥੇ ਜਾ ਕੇ ਤੀਰ ਵੱਜੇਗਾ ਉਹ ਸਾਡਾ ਤਪ ਸਥਾਨ ਹੋਵੇਗਾ। ਜਾ ਕੇ ਵੇਖਿਆ ਉਹ ਮਸੀਤ, ਮੁਸਲਮਾਨ ਭਾਈਚਾਰਾ ਇਕੱਤਰ ਹੋਇਆ, ਬਹਾਦਰ ਸ਼ਾਹ ਵੀ ਨਾਲ ਹੈ। ਸਤਿਗੁਰੂ ਕਹਿਣ ਲੱਗੇ ਸਤਯੁਗ ਦੇ ਸਮੇਂ ਦੀ ਸਾਡੀ ਤਪੱਸਿਆ ਵਾਲੀ ਥਾਂ ਹੈ। ਕਹਿਣ ਲੱਗੇ ਜੀ ਸਾਡੀ ਤਾਂ ਇਹ ਬੜੀ ਪੁਰਾਣੀ ਮਸੀਤ ਹੈ। ਮਹਾਰਾਜ ਕਹਿੰਦੇ ਪੁੱਟ ਕੇ ਵੇਖੋ। ਜਦੋਂ ਪੁੱਟ ਕੇ ਵੇਖਿਆ ਤਾਂ ਹੇਠੋਂ ਉਸ ਵੇਲੇ ਬੈਰਾਗਣ ਔਰ ਇਸੇ ਤਰ੍ਹਾਂ ਉਹ ਤਪ ਵਾਲਾ ਸਥਾਨ, ਧੂਆਂ ਤੇ ਆਦਿਕ ਹੋਰ ਵਸਤੂਆਂ ਜਿਹੜੀਆਂ ਸੀ ਉਹ ਥੱਲਿਓਂ ਨਿਕਲੀਆਂ। ਮਹਾਰਾਜ ਕਹਿੰਦੇ ਇੱਥੇ ਬੈਠ ਕੇ ਹੀ ਅਸੀਂ ਤਪ ਕੀਤਾ ਸੀ। ਉਹ ਫਿਰ ਥਾਂ ਉਸ ਮੌਕੇ ਦੇ ਉੱਤੇ ਲਈ ਸੀ, ਉਹਨਾਂ ਨੂੰ ਮਸੀਤ ਸ਼ਹਿਰ ਦੇ ਵਿੱਚ ਹੋਰ ਥਾਂ ਤੇ ਬਣਾ ਕੇ ਦਿੱਤੀ ਸੀ। ਉੱਥੇ ਤਪ ਕਰਦਿਆਂ ਹੋਇਆਂ ਫਿਰ ਮਹਾਰਾਜ ਸਾਹਿਬ ਜੀ ਹੇਮਕੁੰਡ ਸਾਹਿਬ ਦੀਆਂ ਪਹਾੜੀਆਂ ਤੇ ਚੜ੍ਹੇ, ਔਰ ਉੱਥੇ ਗਰੀਬ ਨਵਾਜ ਨੇ ਐਸਾ ਤਪ ਕੀਤਾ, 3 ਯੁੱਗ ਤਪ ਕੀਤਾ। ਫਿਰ ਤਪ ਕਰਦਿਆਂ ਹੋਇਆਂ ਮਹਾਰਾਜ ਸਾਹਿਬ ਜੀ ਨੇ ਆਖਿਆ ਦੋਹਾਂ ਤੋਂ ਅਸੀਂ ਇੱਕ ਰੂਪ ਹੀ ਹੋ ਗਏ, ਪ੍ਰਭੂ ਤੇ ਅਸੀਂ ਇੱਕਮਿਕ ਹੋ ਗਏ। ਇਹ ਵਾਹਿਗੁਰੂ ਪਰਮੇਸ਼ਰ ਦੀ ਲੀਲਾ ਹੀ ਹੈ। ਕਿਤੇ ਉਹ ਤਪਸਵੀ ਰੂਪ ਦੇ ਵਿੱਚ ਤਪ ਕਰਦੇ ਆ, ਕਿਤੇ ਸਾਧ ਸੰਗਤ ਜੀ ਰਾਜੇ ਰੂਪ ਦੇ ਵਿੱਚ ਰਾਜ ਕਰਦੇ ਹਨ। ਆਪ ਹੀ ਇੱਕ ਤੋਂ ਅਨੇਕਾਂ ਰੂਪ ਹੋ ਜਾਂਦੇ ਆ, ਤੇ ਅਨੇਕਾਂ ਤੋਂ ਫਿਰ ਇੱਕ ਰੂਪ ਹੋ ਜਾਂਦੇ ਆ। ਧੁਰਕੀ ਬਾਣੀ 'ਚ ਜਿਵੇਂ ਆਪਾਂ ਮਹਾਰਾਜ ਦਾ ਬਚਨ ਪੜ੍ਹਦੇ ਹਾਂ, ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਆਪ ਹੀ ਨਿਰਗੁਣ ਹਨ, ਆਪ ਹੀ ਸਰਗੁਣ ਹਨ, ਆਪ ਹੀ ਤਪ ਕਰਨ ਵਾਲੇ ਹਨ, ਆਪ ਹੀ ਕਰਵਾਉਣ ਵਾਲੇ ਹਨ। ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਤਾਂ ਉੱਥੇ ਫਿਰ ਗਰੀਬ ਨਵਾਜ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ, ਜਦੋਂ ਬਚਿੱਤਰ ਨਾਟਕ ਬਾਣੀ ਦੇ ਵਿੱਚ ਆਪਣੀ ਕਥਾ ਦਾ ਵਰਣਨ ਕੀਤਾ। ਮਹਾਰਾਜ ਕਹਿੰਦੇ ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜਿਹੇ ਬਿਦ ਮੋਹਿ ਆਨੋ।
ਪਹਿਲਾਂ ਗਰੀਬ ਨਵਾਜ ਸਾਹਿਬ ਜੀ ਨੇ ਪੁਰਾਤਨ ਕਥਾ ਆਪਣੀ ਬੰਸ ਦੀ ਦੱਸੀ ਹੈ। ਬੇਦੀ ਕੁਲ ਕਿੱਥੋਂ ਚੱਲੀ, ਸੋਢੀ ਕੁਲ ਕਿੱਥੋਂ ਚੱਲੀ, ਉਹ ਸਾਰੀ ਕਥਾ ਦੱਸਦੇ ਆਉਂਦੇ ਆਪਣੀ ਬਾਣੀ ਦੇ ਵਿੱਚ। ਫਿਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੀ ਕਥਾ ਵੀ ਕਥਨ ਕੀਤੀ ਆਪ ਜੀ ਨੇ। ਤਿੰਨ ਬੇਦੀਅਨ ਕੀ ਕੁਲ ਵਿਖੈ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਏ ਜਹ ਤਹ ਭਏ ਸਹਾਏ। ਫਿਰ ਮਹਾਰਾਜ ਨੇ ਅੱਗੇ ਆਖਿਆ ਨਾਨਕ ਅੰਗਦ ਕੋ ਬਾਪ ਧਰਾ। ਗੁਰੂ ਨਾਨਕ ਦੇਵ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਰੂਪ ਹੋਏ, ਗੁਰੂ ਅੰਗਦ ਦੇਵ ਸਾਹਿਬ ਗੁਰੂ ਅਮਰਦਾਸ ਸਾਹਿਬ ਰੂਪ ਹੋਏ, ਗੁਰੂ ਅਮਰਦਾਸ ਸਾਹਿਬ ਗੁਰੂ ਰਾਮਦਾਸ ਸਾਹਿਬ ਹੋਏ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਹੋਏ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਿਰ ਗੁਰੂ ਹਰਗੋਬਿੰਦ ਸਾਹਿਬ ਰੂਪ ਹੋਏ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰੂ ਹਰ ਰਾਏ ਸਾਹਿਬ ਹੋਏ, ਫਿਰ ਗੁਰੂ ਹਰ ਰਾਏ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ। ਇਸ ਤਰ੍ਹਾਂ ਗਰੀਬ ਨਵਾਜ ਸਾਰੇ ਗੁਰੂ ਸਾਹਿਬਾਂ ਦੀ ਕਥਾ ਆਪਣੀ ਰਸਨਾ ਤੋਂ ਕਥਨ ਕਰਦਿਆਂ ਹੋਏ ਆ। ਫਿਰ 8ਵੇਂ ਪਾਤਸ਼ਾਹ ਤੋਂ ਅੱਗੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜ਼ਿਕਰ ਕਰਦਿਆਂ ਆਪ ਜੀ ਨੇ ਆਖਿਆ ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮਹਿ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਕਥਨ ਕਰਦਿਆਂ ਕਰਦਿਆਂ ਅੱਗੇ ਜਾ ਕੇ ਫਿਰ ਮਹਾਰਾਜ ਕਹਿੰਦੇ ਅਬ ਮੈਂ ਆਪਣੀ ਕਥਾ ਬਖਾਨੋ। ਗੁਰਸਿੱਖਾਂ ਨੇ ਬੇਨਤੀ ਕੀਤੀ ਸੀ ਪਿਆਰੇ ਦਇਆ ਸਿੰਘ ਜੀ ਵਰਗੇ ਮਹਾਨ ਗੁਰੂ ਕੇ ਪਿਆਰਿਆਂ ਨੇ ਕਿ ਮਹਾਰਾਜ ਜਿੱਥੇ ਪਹਿਲੇ ਗੁਰੂ ਸਾਹਿਬਾਂ 9 ਪਾਤਸ਼ਾਹੀਆਂ ਦੀ ਕਥਾ ਆਪ ਜੀ ਨੇ ਇਹ ਬਚਨ ਉਚਾਰਨ ਕੀਤੇ ਆਪਣੀ ਬਾਣੀ 'ਚ, ਆਪਣੀ ਕਥਾ ਵੀ ਦੱਸੋ। ਤਾਂ ਫਿਰ ਮਹਾਰਾਜ ਕਹਿਣ ਲੱਗੇ ਵੀ ਹੁਣ ਮੈਂ ਆਪਣੀ ਕਥਾ ਕਥਨ ਕਰਦਾ ਹਾਂ। ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜਿਹੇ ਬਿਦ ਮੋਹਿ ਆਨੋ। ਤਪੱਸਿਆ ਸਾਧਦਿਆਂ ਤਪ ਕਰਦਿਆਂ ਜਿਸ ਤਰੀਕੇ ਨਾਲ ਮੈਨੂੰ ਲਿਆਂਦਾ ਗਿਆ। ਮਹਾਰਾਜ ਨੇ ਇਹ ਨਹੀਂ ਆਖਿਆ ਵੀ ਮੈਂ ਆਇਆ ਆਪਣੇ ਆਪ, ਕਹਿੰਦੇ ਮੈਨੂੰ ਲਿਆਂਦਾ ਪ੍ਰਭੂ ਨੇ। ਤਪ ਸਾਧਤ ਜਿਹੇ ਬਿਦ ਮੋਹਿ ਆਨੋ, ਜਿਸ ਤਰੀਕੇ ਨਾਲ ਮੈਨੂੰ ਇੱਥੇ ਲਿਆਂਦਾ। ਹੇਮਕੁੰਟ ਪਰਬਤ ਹੈ ਜਹਾਂ, ਹੇਮ ਨਾਮ ਹੈ ਬਰਫ਼ ਦਾ, ਕੁੰਟ ਨਾਮ ਹੈ ਜਿਸ ਥਾਂ ਦੇ ਉੱਤੇ ਬਰਫ਼ ਬਹੁਤੀ ਪੈਂਦੀ ਹੈ, ਇਕੱਠੀ ਹੁੰਦੀ ਹੈ। ਜਿਵੇਂ ਜਲ ਕੁੰਡ ਵੀ ਕਿਹਾ ਜਾਂਦਾ ਹੈ ਜਿੱਥੇ ਬਹੁਤਾ ਜਲ ਇਕੱਠਾ ਹੋਵੇ, ਤੇ ਜਿੱਥੇ ਹੇਮ ਬਰਫ਼ ਇਕੱਠੀ ਹੁੰਦੀ ਉਹਨੂੰ ਹੇਮਕੁੰਟ ਆਖਿਆ। ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਿਤ ਹੈ ਤਹਾਂ, ਉਥੇ 7 ਉੱਚੀਆਂ ਚੋਟੀਆਂ ਸੋਭਾ ਪਾਉਂਦੀਆਂ ਹਨ। ਸਪਤ ਸ੍ਰਿੰਗ ਤੇ ਇਹ ਨਾਮ ਕਹਾਵਾ, ਇਸ ਕਰਕੇ ਉਸ ਜਗ੍ਹਾ ਨੂੰ ਸਪਤ ਸ੍ਰਿੰਗੂ ਵੀ ਕਿਹਾ ਜਾਂਦਾ ਹੈ। 7 ਚੋਟੀਆਂ ਤੇ ਵੀ ਉਸ ਜਗ੍ਹਾ ਦਾ ਨਾਮ ਹੈ। ਅੱਜ ਕੱਲ ਤੇ ਉਹਨਾਂ 7 ਹੀ ਚੋਟੀਆਂ ਉੱਤੇ ਗੁਰੂ ਕੇ ਖਾਲਸੇ ਨੇ ਨਿਸ਼ਾਨ ਝੁਲਾਏ ਹੋਏ ਹਨ। ਹੇਮਕੁੰਟ ਸਾਹਿਬ ਪਹਾੜੀ ਤੋਂ ਉਹ 7 ਹੀ ਚੋਟੀਆਂ ਜਿਹੜੀਆਂ ਉੱਚੀਆਂ ਹਨ, ਤੇ 7 ਹੀ ਚੋਟੀਆਂ ਉੱਤੇ ਨਿਸ਼ਾਨ ਸਾਹਿਬ ਝੂਲਦੇ ਹਨ। ਮਹਾਰਾਜ ਕਹਿੰਦੇ ਉਹਨੂੰ ਜਿੱਥੇ ਹੇਮਕੁੰਟ ਕਿਹਾ ਜਾਂਦਾ ਹੈ, ਹੇਮਕੁੰਟ ਸਾਹਿਬ, ਉਥੇ ਸਪਤ ਸ੍ਰਿੰਗ ਵੀ ਕਿਹਾ ਜਾਂਦਾ ਉਸ ਜਗ੍ਹਾ। 7 ਚੋਟੀਆਂ ਦੇ ਨਾਮ ਤੇ ਵੀ ਉਸ ਦਾ ਨਾਮ ਹੈ। ਸਪਤ ਸ੍ਰਿੰਗ ਤੇ ਨਾਮ ਕਹਾਵਾ, ਪਾਂਡੋ ਰਾਜ ਜਹ ਜੋਗ ਕਮਾਵਾ, ਜਿੱਥੇ ਪਾਂਡਵਾਂ ਦੇ ਵਡੇਰੇ ਪੰਡੂ ਰਾਜੇ ਨੇ ਵੀ ਯੋਗਾ ਅਭਿਆਸ ਦੀ ਕਮਾਈ ਕੀਤੀ। ਤਹ ਹਮ ਅਧਿਕ ਤਪੱਸਿਆ ਸਾਧੀ, ਉਸ ਜਗ੍ਹਾ ਤੇ ਫਿਰ ਅਸੀਂ ਅਧਿਕ ਬਹੁਤ ਲੰਮਾ ਸਮਾਂ 3 ਯੁੱਗ, ਸਤਯੁਗ, ਤ੍ਰੇਤਾ, ਦੁਆਪਰ, 3 ਯੁੱਗ ਤਪ ਕੀਤਾ। ਕਿ ਕਲਯੁਗ ਵੀ ਕਿੰਨਾ ਗੁਜ਼ਰ ਗਿਆ ਸੀ ਤਪ ਕਰਦਿਆਂ ਹੋਇਆ। ਤਹ ਹਮ ਅਧਿਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ। ਜਿਹੜਾ ਕਾਲ ਦਾ ਵੀ ਮਹਾਕਾਲ ਹੈ ਨਾ, ਜਿਹਦੇ ਉੱਤੇ ਕਾਲ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈ, ਜਿਹਦੇ ਉੱਤੇ ਮੌਤ ਦਾ ਕੋਈ ਪ੍ਰਭਾਵ ਨਹੀਂ, ਉਹ ਮੌਤ ਦਾ ਵੀ ਜਿਹੜਾ ਖਾਤਮਾ ਕਰ ਦੇਣ ਵਾਲਾ, ਕਾਲ ਦਾ ਵੀ ਕਾਲ ਮਹਾਕਾਲ ਹੈ, ਜੋ ਜਿਸ ਨੂੰ ਮੂਲ ਮੰਤਰ 'ਚ ਜਗਤ ਗੁਰੂ ਜੀ ਨੇ ਆਖਿਆ ਅਕਾਲ ਮੂਰਤ। ਉਹ ਸਰੂਪ ਜਿਹਦੇ ਉੱਤੇ ਮੌਤ ਤੇ ਸਮੇਂ ਦਾ ਕੋਈ ਅਸਰ ਨਹੀਂ ਹੈ, ਉਹ ਵਾਹਿਗੁਰੂ ਜੋ ਕਾਲ ਤੋਂ ਵੀ ਪਰੇ ਅਕਾਲ ਹੈ, ਉਸ ਮਹਾਕਾਲ ਦੀ ਆਰਾਧਨਾ ਕੀਤੀ ਹੈ। ਮਹਾਕਾਲ ਕਾਲ ਕਾ ਆਰਾਧੀ, ਇਹ ਵਿਦ ਕਰਤ ਤਪੱਸਿਆ ਭਇਓ। ਇਸ ਵਿਧੀ ਨਾਲ ਮਹਾਰਾਜ ਕਹਿੰਦੇ ਅਸੀਂ ਤਪੱਸਿਆ ਕਰਦੇ ਹੋਏ ਦੁਐ ਤੇ ਏਕ ਰੂਪ ਹੋਏ ਗਇਓ, ਦੋਹਾਂ ਤੋਂ ਇੱਕ ਰੂਪ ਹੀ ਹੋ ਗਏ। ਇਧਰਲੇ ਪਾਸੇ ਸਾਡੇ ਪਿਤਾ ਜੀ ਨੇ ਤੇ ਮਾਤਾ ਜੀ ਨੇ ਵੀ ਤਪੱਸਿਆ ਕੀਤੀ। ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਮਾਤਾ ਗੁਜਰ ਕੌਰ ਜੀ, ਉਹਨਾਂ ਨੇ ਵੀ ਬਹੁਤ ਤਪ ਕੀਤਾ।
ਅਗਲੀਆਂ ਪੰਕਤੀਆਂ ਮਹਾਰਾਜ ਕਹਿੰਦੇ ਤਾਤ ਮਾਤ ਮੁਰ ਅਲਖ ਅਰਾਧਾ। ਮੇਰੇ ਮਾਤਾ ਪਿਤਾ ਜੀ ਨੇ ਵੀ ਉਸ ਅਲਖ ਦੀ ਅਰਾਧਨਾ ਕੀਤੀ। ਬਹੁ-ਵਿਧ ਜੋਗ ਸਾਧਨਾ ਸਾਧਾ, ਬਹੁਤ ਵਿਧੀਆਂ ਨਾਲ ਉਸ ਪ੍ਰਭੂ ਨਾਲ ਜੁੜਨਾ ਕੀਤਾ, ਸਾਧਨ ਕੀਤੇ, ਸਾਧਨ ਸਾਧੇ, ਅਰਾਧਨਾ ਕੀਤੀ। ਤਿੰਨ ਜੋ ਕਰੀ ਅਲਖ ਕੀ ਸੇਵਾ, ਸਾਡੇ ਮਾਤਾ ਪਿਤਾ ਨੇ, ਤਿਨਾਂ ਨੇ ਜੋ ਉਸ ਅਲਖ ਦੀ ਸੇਵਾ ਕੀਤੀ, ਭਗਤੀ ਕੀਤੀ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਇਸ ਕਰਕੇ ਉਹ ਗੁਰਦੇਵ ਅਕਾਲ ਪੁਰਖ ਵਾਹਿਗੁਰੂ ਮਹਾਕਾਲ ਖੁਸ਼ ਹੋ ਗਏ। ਤਾਂ ਤੇ ਭਏ ਪ੍ਰਸੰਨ ਗੁਰਦੇਵਾ, ਤਿਨ ਪ੍ਰਭ ਜਬ ਆਏ ਸਮੋਹਿ ਦੀਆ। ਤਿਸ ਪ੍ਰਭੂ ਨੇ ਜਦੋਂ ਫਿਰ ਸਾਨੂੰ ਆਗਿਆ ਦਿੱਤੀ, ਤਬ ਹਮ ਜਨਮ ਕਲੂ ਮਹਿ ਲੀਆ। ਫਿਰ ਅਸੀਂ ਪਟਨਾ ਸ਼ਹਿਰ ਦੇ ਵਿੱਚ ਇਸ ਕਲਯੁਗ ਦੇ ਸਮੇਂ ਦੇ ਵਿੱਚ ਮਹਾਰਾਜ ਕਹਿੰਦੇ ਫਿਰ ਅਵਤਾਰ ਧਾਰਿਆ। ਤਾਂ ਫਿਰ ਅਸੀਂ ਜਨਮ ਲਿਆ ਜਦੋਂ ਪ੍ਰਭੂ ਨੇ ਸਾਨੂੰ ਆਗਿਆ ਕੀਤੀ। ਤਿਨ ਪ੍ਰਭ ਜਬ ਆਏ ਸਮੋਹਿ ਦੀਆ, ਤਬ ਹਮ ਜਨਮ ਕਲੂ ਮਹਿ ਲੀਆ। ਤੇ ਅੱਗੇ ਮਹਾਰਾਜ ਕਹਿੰਦੇ ਚੇਤਨਾ ਭਇਓ ਹਮਰੋ ਆਵਨ ਕਹਿ। ਸਾਡਾ ਚਿੱਤ ਤਾਂ ਨਹੀਂ ਸੀ ਕਰਦਾ ਆਉਣ ਵਾਸਤੇ। ਚੁਭੀ ਰਹੀ ਸੁਰਤ ਪ੍ਰਭ ਚਰਨਨ ਮਹਿ, ਕਿਉਂਕਿ ਸਾਡੀ ਸੁਰਤੀ ਪ੍ਰਭੂ ਚਰਨਾਂ ਦੇ ਵਿੱਚ ਚੁਭੀ ਹੋਈ ਸੀ, ਲੱਗੀ ਹੋਈ ਸੀ, ਲੀਨ ਹੋ ਰਹੀ ਸੀ ਸਾਡੀ ਸੁਰਤੀ ਪ੍ਰਭੂ ਚਰਨਾਂ ਦੇ ਵਿੱਚ, ਪ੍ਰਭੂ ਭਗਤੀ ਦੇ ਵਿੱਚ। ਜਿਉ ਤਿਉ ਪ੍ਰਭ ਹਮਕੋ ਸਮਝਾਇਓ, ਇਮ ਕਹਿ ਕਹਿ ਇਹ ਲੋਕ ਪਠਾਇਓ। ਫਿਰ ਜਿਵੇਂ ਤਿਵੇਂ ਕਰਕੇ, ਜ਼ੋਰ ਦੇ ਕਰਕੇ ਸਾਨੂੰ ਪ੍ਰਭੂ ਨੇ ਸਮਝਾਇਆ ਵੀ ਨਹੀਂ, ਤੁਹਾਨੂੰ ਜਾਣਾ ਹੀ ਪੈਣਾ ਹੈ, ਤੁਸੀਂ ਜਾਣਾ ਹੈ, ਖਾਲਸਾ ਪੰਥ ਸਾਜਣਾ ਹੈ। ਤੁਸੀਂ ਜਾਣਾ ਹੈ, ਜੋ ਸੰਸਾਰ ਦੇ ਲੋਕ ਮਾੜੀ ਮੱਤ ਦੇ ਪਿੱਛੇ ਲੱਗ ਕਰਕੇ ਖੋਟੇ ਕਰਮ ਕਰ ਰਹੇ ਹਨ, ਉਹਨਾਂ ਨੂੰ ਸਿੱਧੇ ਰਸਤੇ ਪਾਉਣਾ ਹੈ। ਜਿਉ ਤਿਉ ਪ੍ਰਭ ਹਮਕੋ ਸਮਝਾਇਓ, ਇਮ ਕਹਿ ਕਹਿ ਇਹ ਲੋਕ ਪਠਾਇਓ। ਤੇ ਅੱਗੇ ਬਚਿੱਤਰ ਨਾਟਕ ਚ ਮਹਾਰਾਜ ਨੇ ਬੜਾ ਖੁਲਾਸਾ ਕੀਤਾ ਵੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਖਿਆ ਅਸੀਂ ਸਮੇਂ ਸਮੇਂ ਤੇ ਕਈਆਂ ਨੂੰ ਭੇਜਿਆ, ਦੇਵਤਿਆਂ ਨੂੰ ਪੈਦਾ ਕੀਤਾ, ਦੈਂਤਾਂ ਨੂੰ ਭੇਜਿਆ, ਉਹ ਹੰਕਾਰੀ ਹੋ ਗਏ। ਦੇਵਤਿਆਂ ਨੂੰ ਭੇਜਿਆ, ਉਹ ਆਪਣੀ ਪੂਜਾ ਕਰਾਉਣ ਲੱਗ ਪਏ। ਮੁਹੰਮਦ ਸਾਹਿਬ ਨੂੰ ਭੇਜਿਆ, ਉਹਨਾਂ ਨੇ ਜਾ ਕੇ ਸੁੰਨਤ ਕਰਾਉਣੀ ਆਰੰਭ ਕਰ ਦਿੱਤੀ। ਗੋਰਖਨਾਥ ਨੂੰ ਭੇਜਿਆ, ਉਹਨੇ ਕੰਨ ਪਾੜ ਕੇ ਮੁੰਦਰਾਂ ਪਵਾਉਣੀਆਂ ਸ਼ੁਰੂ ਕਰ ਦਿੱਤੀਆਂ। ਹੋਰ ਕਿਸੇ ਨੂੰ ਭੇਜਿਆ, ਉਹਨੇ ਲੱਕੜ ਦੀਆਂ ਮਾਲਾ ਗਲਾਂ ਵਿੱਚ ਪਵਾ ਦਿੱਤੀਆਂ। ਸਾਡੀ ਪ੍ਰੀਤ ਦੀ ਵਿਚਾਰ ਹੀ ਨਹੀਂ ਕੀਤੀ। ਕੰਠੀ ਕੰਠ ਕਾਠ ਕੀ ਡਾਰੀ, ਪ੍ਰਭ ਕੀ ਪ੍ਰੀਤ ਰੀਤ ਨਾ ਵਿਚਾਰੀ। ਅਨੇਕਾਂ ਦਾ ਜ਼ਿਕਰ ਕਰਦਿਆਂ ਕਰਦਿਆਂ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਫਿਰ ਪ੍ਰਭੂ ਨੇ ਸਾਨੂੰ ਆਖਿਆ ਵੀ ਅਸੀਂ ਤੁਹਾਨੂੰ ਆਪਣਾ ਪੁੱਤਰ ਥਾਪ ਕੇ ਭੇਜਣ ਲੱਗੇ ਹਾਂ। ਤੇ ਇੰਨੀ ਨਿਮਰਤਾ ਦੇ ਨਾਲ ਮਹਾਰਾਜ ਨੇ ਬਚਨ ਕਹੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਅਕਾਲ ਪੁਰਖ ਬਾਚ ਇਸ ਕੀਟ ਪ੍ਰਤ। ਕੀਟ ਦਾ ਅਰਥ ਹੈ ਕੀੜਾ। ਆਪਣੇ ਆਪ ਨੂੰ ਕਹਿੰਦੇ ਸਾਡੇ ਤਾਈਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਸ ਕੀੜੇ ਦੇ ਤਾਈਂ ਬਚਨ ਕੀਤਾ। ਕਿੰਨੀ ਵੱਡੀ ਨਿਮਰਤਾ ਗਰੀਬ ਨਵਾਜ਼ ਸਾਹਿਬ ਜੀ ਦੇ ਅੰਦਰ। ਅਕਾਲ ਪੁਰਖ ਬਾਚ ਇਸ ਕੀਟ ਪ੍ਰਤ। ਉਹ ਬੇਅੰਤ ਬਚਨ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਉਚਾਰਨ ਕੀਤੇ ਹਨ, ਜੋ ਜੋ ਬਚਨ ਪ੍ਰਭੂ ਨੇ ਆਖੇ। ਤੇ ਫਿਰ ਮਹਾਰਾਜ ਸਾਹਿਬ ਕਹਿੰਦੇ ਇਹ ਵੀ ਆਖਿਆ ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚੁਰ ਕਰਬੇ ਕਹੋ ਸਾਜਾ। ਮੈਂ ਤੁਹਾਨੂੰ ਆਪਣਾ ਪੁੱਤਰ ਨਿਵਾਜਿਆ ਹੈ ਤੇ ਪੰਥ ਦਾ ਪ੍ਰਚਾਰ ਕਰਨ ਵਾਸਤੇ ਤੁਹਾਨੂੰ ਸਾਜਿਆ ਹੈ। ਜਾਏ ਤਹਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਤੁਸੀਂ ਜਾਓ ਤੇ ਜਾ ਕਰਕੇ ਧਰਮ ਚਲਾਓ, ਧਰਮ ਸਥਾਪਨ ਕਰੋ। ਜਿਹੜੇ ਖੋਟੀ ਬੁੱਧੀ ਦੇ ਮਗਰ ਲੱਗ ਕਰਕੇ ਕੁਕਰਮ ਕਰ ਰਹੇ ਉਹਨਾਂ ਲੋਕਾਂ ਨੂੰ ਹਟਾਉਣਾ ਕਰੋ, ਵਰਜਣਾ ਕਰੋ। ਤੇ ਮਹਾਰਾਜ ਸਾਹਿਬ ਕਹਿੰਦੇ ਫਿਰ ਮੈਂ ਹੱਥ ਜੋੜ ਕੇ ਨਾ ਸੀਸ ਨਵਾ ਕੇ ਬੇਨਤੀ ਕੀਤੀ ਵਾਹਿਗੁਰੂ ਜੀ ਦੇ ਅੱਗੇ। ਕਬ ਬਾਚ ਦੋਹਰਾ ਠਾਠ ਭਇਓ ਮੈਂ ਜੋਰ ਕਰ, ਬਚਨ ਕਾਹਾ ਸਿਰ ਨਿਆਏ। ਠਾਠ ਨਾਮ ਹੈ ਖਲੋਣ ਦਾ। ਠਾਠ ਭਇਓ ਮੈਂ ਖਲੋ ਗਿਆ, ਜੋਰ ਕਰ ਹੱਥ ਜੋੜ ਕੇ, ਬਚਨ ਕਾਹਾ ਸਿਰ ਨਿਆਏ। ਤੇ ਬੇਨਤੀ ਕੀਤੀ ਸੀਸ ਨਵਾ ਕੇ। ਉਹ ਬੇਨਤੀ ਕੀ ਸੀ? ਪੰਥ ਚੱਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਵਾਹਿਗੁਰੂ ਜੀ ਪੰਥ ਤਾਂ ਸੰਸਾਰ ਵਿੱਚ ਚੱਲ ਸਕਦਾ ਹੈ
ਖਾਲਸਾ ਪੰਥ ਤਾਂ ਪ੍ਰਗਟ ਹੋ ਸਕਦਾ, ਤਾਂ ਚੱਲ ਸਕਦਾ ਜੇ ਤੁਸੀਂ ਸਹਾਈ ਹੋਵੋ ਮੇਰੇ, ਤੁਸੀਂ ਸਹਾਇਤਾ ਕਰੋ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਫੇਰ ਅਸੀਂ ਸੰਸਾਰ ਵਿੱਚ ਆਏ। ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਮਾਤਾ ਜੀ ਨੇ ਵੀ ਮਹਾਨ ਤਪ ਕੀਤਾ। ਥੋੜਾ ਜਿਹਾ ਪਿੱਛੋਂ ਇਤਿਹਾਸ ਦੀ ਵਿਚਾਰ ਸਾਂਝੀ ਕਰੀਏ ਤਾਂ ਜਿਸ ਵੇਲੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਰਤਾਰਪੁਰ ਸਾਹਿਬ ਵਾਲਾ ਚੌਥਾ ਜੰਗ ਫਤਿਹ ਕਰਕੇ ਕੀਰਤਪੁਰ ਸਾਹਿਬ ਚਲੇ ਜਾਂਦੇ ਆ ਸਾਰੇ ਪਰਿਵਾਰ ਸਮੇਤ। ਕੱਲਾ ਧੀਰ ਮੱਲ ਤੇ ਉਹਦਾ ਪਰਿਵਾਰ ਇੱਥੇ ਰਹਿ ਗਿਆ ਸੀ, ਉਹ ਨਹੀਂ ਸੀ ਗਿਆ ਨਾਲ, ਉਹ ਕਰਤਾਰਪੁਰ ਸਾਹਿਬ ਵਿੱਚ ਹੀ ਰਹਿ ਗਿਆ ਸੀ। ਮਹਾਰਾਜ ਸਾਹਿਬ ਜੀ ਉੱਥੇ ਪਹੁੰਚਦੇ ਆ ਤੇ ਫਿਰ 10 ਸਾਲ ਦਾ ਸਮਾਂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚੌਥਾ ਜੰਗ ਜਿੱਤਣ ਤੋਂ ਬਾਅਦ ਕੀਰਤਪੁਰ ਸਾਹਿਬ ਵਿੱਚ ਸੰਗਤਾਂ ਨੂੰ ਦਰਸ਼ਨ ਦੇ ਕੇ ਉਪਦੇਸ਼ ਦੇ ਕੇ ਨਿਵਾਜਿਆ। ਜਦੋਂ ਅੱਗੇ 7ਵੇਂ ਪਾਤਸ਼ਾਹ ਮਹਾਰਾਜ ਨੂੰ ਗੁਰਿਆਈ ਦੇਣ ਲੱਗੇ, ਉਸ ਵੇਲੇ ਗਰੀਬ ਨਵਾਜ ਸਾਹਿਬ ਜੀ ਨੇ ਸਿੱਖ ਸੰਗਤਾਂ ਨੂੰ ਦੱਸ ਦਿੱਤਾ ਵੀ ਅਸੀਂ ਹੁਣ ਅੱਗੇ 7ਵੇਂ ਗੁਰੂ ਸਥਾਪਨ ਕਰਕੇ ਤੇ ਆਪ ਸੱਚਖੰਡ ਪਿਆਨਾ ਕਰ ਜਾਣਾ ਹੈ। ਸਾਰਾ ਪਰਿਵਾਰ ਗੁਰੂ ਸਾਹਿਬ ਜੀ ਦਾ ਪਾਸ ਹੈ। ਮਹਿਲ ਮਾਤਾ ਜੀ, ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਮਾਤਾ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਚਰਨਾਂ ਵਿੱਚ ਹਾਜ਼ਰ ਹਨ। ਮਾਤਾ ਦਮੋਦਰੀ ਜੀ ਪਹਿਲਾਂ ਸੱਚਖੰਡ ਪਿਆਨਾ ਕਰ ਚੁੱਕੇ ਹਨ ਗੁਰੂ ਕੇ ਮਹਿਲ। ਮਾਤਾ ਮਰਵਾਹੀ ਜੀ ਪਾਸ ਸਨ, ਉਹਨਾਂ ਦੇ ਸੁਪੁੱਤਰ ਬਾਬਾ ਸੂਰਜਮਲ ਜੀ ਉੱਥੇ। ਹੋਰ ਸਿੱਖ ਸੰਗਤਾਂ ਹਾਜ਼ਰ ਹਨ। ਜਦੋਂ ਮਹਾਰਾਜ ਸਾਹਿਬ ਜੀ ਨੇ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਦਿੱਤੀ, ਛੇਵੇਂ ਪਾਤਸ਼ਾਹ ਨੇ, ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਦੇ ਸੰਸਾਰੀ ਰਿਸ਼ਤੇ ਵਜੋਂ ਪੋਤਰੇ ਲੱਗਦੇ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ 5 ਸਾਹਿਬਜ਼ਾਦੇ, ਪੰਜਾਂ ਚੋਂ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ ਤੇ ਬਾਬਾ ਗੁਰਦਿੱਤਾ ਜੀ ਦੇ ਛੋਟੇ ਸੁਪੁੱਤਰ ਹਨ ਗੁਰੂ ਹਰਿਰਾਏ ਸਾਹਿਬ ਜੀ, ਵੱਡੇ ਧੀਰ ਮੱਲ। ਜਦੋਂ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਿਆਈ ਦਾ ਤਖਤ ਬਖਸ਼ਿਆ, ਉਸ ਮੌਕੇ ਦੇ ਉੱਤੇ ਮਹਾਰਾਜ ਨੇ ਆਪਣੇ ਸੁਪੁੱਤਰ ਸੂਰਜਮਲ ਨੂੰ ਪਾਸ ਬੁਲਾਇਆ। ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਕੀ ਭਾਵਨਾ ਹੈ। ਇਹ ਗੁਰਿਆਈ ਦੇਣ ਤੋਂ ਪਹਿਲਾਂ ਮਹਾਰਾਜ ਨੇ ਬਚਨ ਕੀਤਾ ਸੀ ਵੀ ਤੁਸੀਂ ਗੁਰਿਆਈ ਲੈਣੀ ਹੈ ਕਿ ਸਿੱਖੀ ਲੈਣੀ ਹੈ। ਤੇ ਬਾਬੇ ਸੂਰਜਮਲ ਨੇ ਛੇਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ, ਮਹਾਰਾਜ ਮੈਨੂੰ ਸਿੱਖੀ ਦੀ ਦਾਤ ਬਖਸ਼ੋ। ਤੇ ਸਤਿਗੁਰੂ ਛੇਵੇਂ ਪਾਤਸ਼ਾਹ ਬੜੇ ਖੁਸ਼ ਹੋਏ ਸੀ ਤੇ ਆਖਿਆ, ਸੂਰਜਮਲ ਤੈਨੂੰ ਸਿੱਖੀ ਦੀ ਦਾਤ ਬਖਸ਼ੀ ਤੇ ਤੇਰੀ ਅੰਸ-ਬੰਸ ਵੀ ਬਹੁਤ ਵਧੇਗੀ। ਇਹ ਬਚਨ ਕੀਤਾ ਤੇ ਛੇਵੇਂ ਪਾਤਸ਼ਾਹ ਦੇ ਜੋ ਬਾਬੇ ਸੂਰਜਮਲ ਜੀ ਦੇ ਰਾਹੀਂ ਅੱਗੇ ਅੰਸ-ਬੰਸ ਹੈ, ਉਹ ਅੱਜ ਵੀ ਆਨੰਦਪੁਰ ਸਾਹਿਬ ਦੇ ਵਿੱਚ ਵਸਦੀ, ਜਿਨ੍ਹਾਂ ਨੂੰ ਸੋਢੀ ਕਿਹਾ ਜਾਂਦਾ ਹੈ, ਉਹ ਸੋਢੀ ਪਰਿਵਾਰ। ਤੇ ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਇਹ ਮੇਰਾ ਪੁੱਤਰ ਤੇਗ ਬਹਾਦਰ ਇਹ ਤਾਂ ਭੋਲਾ ਹੈ, ਇਹਦੀ ਕੋਈ ਸੰਗਤਾਂ ਦੇ ਨਾਲ, ਕੋਈ ਮੁਖੀ ਸਿੱਖਾਂ ਦੇ ਨਾਲ ਕੋਈ ਜ਼ਿਆਦਾ ਮਿਲਵਰਤਨ ਵੀ ਨਹੀਂ ਹੈ, ਜਾਣ ਪਛਾਣ ਵੀ ਨਹੀਂ ਹੈ, ਇਹ ਚੁੱਪ ਰਹਿੰਦਾ ਹੈ, ਬਹੁਤਾ ਬੋਲਦਾ ਵੀ ਨਹੀਂ ਹੈ। ਮੇਰੀ ਭਾਵਨਾ ਸੀ ਵੀ ਗੁਰਤਾ ਗੱਦੀ ਇਹਨਾਂ ਨੂੰ ਪ੍ਰਾਪਤ ਹੁੰਦੀ। ਮਹਾਰਾਜ ਪ੍ਰਸ਼ਾਦਾ ਛਕ ਕੇ ਹਟੇ ਸਨ ਛੇਵੇਂ ਪਾਤਸ਼ਾਹ, ਜਲ ਵਰਤਿਆ ਤੇ ਰਮਾਲ ਦੇ ਨਾਲ ਹੱਥ ਸਾਫ਼ ਕੀਤੇ। ਉਹ ਜਿਹੜਾ ਰਮਾਲ ਸੀ ਕਹਿਣ ਲੱਗੇ, ਨਾਨਕੇ ਆਪਣੇ ਧਰਮ ਪਤਨੀ ਨੂੰ ਲੈ ਝੋਲੀ ਕਰ, ਤੈਨੂੰ ਬਖਸ਼ਿਸ਼ ਦਈਏ। ਮਾਤਾ ਜੀ ਨੇ ਝੋਲੀ ਕੀਤੀ ਤੇ ਆਪਣਾ ਰਮਾਲ ਝੋਲੀ ਵਿੱਚ ਪਾਇਆ, ਆਪਣੇ ਧਰਮ ਪਤਨੀ ਮਾਤਾ ਨਾਨਕੀ ਜੀ ਦੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜੋ ਪੂਜਨੀਕ ਮਾਤਾ ਜੀ ਆ। ਤੇ ਕਹਿਣ ਲੱਗੇ, ਸਮਾਂ ਆਵੇਗਾ ਤੇ ਤੁਹਾਡਾ ਸਾਹਿਬਜ਼ਾਦਾ, ਇਹ ਸਾਡਾ ਸਾਹਿਬਜ਼ਾਦਾ ਸ੍ਰੀ ਤੇਗ ਬਹਾਦਰ ਗੁਰਤਾ ਗੱਦੀ ਦੇ ਮਾਲਕ ਬਣਨਗੇ ਤੇ ਇਹਨਾਂ ਦੇ ਘਰੇ ਜੋ ਸਾਹਿਬਜ਼ਾਦਾ ਪ੍ਰਗਟ ਹੋਵੇਗਾ ਉਹ ਮਹਾਬਲੀ ਹੋਵੇਗਾ। ਹੇ ਨਾਨਕੇ ਤੂੰ ਆਪਣੇ ਮਹਾਬਲੀ ਪੋਤਰੇ ਦੇ ਦਰਸ਼ਨ ਕਰੇਂਗੀ। ਅਸੀਂ ਤੇ ਹੁਣ ਸੱਚਖੰਡ ਪਿਆਨਾ ਕਰ ਜਾਣਾ ਹੈ, ਸਰੀਰ ਤਿਆਗ ਜਾਣਾ ਹੈ, ਪਰ ਤੇਰੀ ਉਮਰ ਵੱਡੀ ਹੋਵੇਗੀ, ਤੂੰ ਆਪਣੇ ਮਹਾਬਲੀ ਪੋਤਰੇ ਦੇ ਵੀ ਦਰਸ਼ਨ ਕਰੇਂਗੀ। ਇਹ ਬਚਨ ਛੇਵੇਂ ਪਾਤਸ਼ਾਹ ਨੇ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਕੀਤੇ ਤੇ ਆਖਿਆ ਵੀ ਹੁਣ ਤੁਸੀਂ ਆਪਣੇ ਨੌ ਪੁੱਤ ਨੂੰ ਲੈ ਕੇ
ਪੁੱਤਰ ਸ੍ਰੀ ਤੇਗ ਬਹਾਦਰ ਸਾਹਿਬ ਜੀ ਤੇ ਨੌ ਮਾਤਾ ਗੁਜਰੀ ਜੀ, ਤਿੰਨਾਂ ਨੂੰ ਲੈ ਕੇ ਆਪਣੇ ਪੇਕੇ ਪਿੰਡ ਚਲੇ ਜਾਓ ਤੇ ਉੱਥੋਂ ਹੀ ਤੁਹਾਡਾ ਸਾਹਿਬਜ਼ਾਦਾ ਗੁਰਤਾ ਗੱਦੀ ਦਾ ਮਾਲਕ ਬਣ ਕੇ ਪ੍ਰਗਟ ਹੋਵੇਗਾ। ਮਹਾਰਾਜ ਛੇਵੇਂ ਪਾਤਸ਼ਾਹ ਦੇ ਮਹਿਲ ਮਾਤਾ ਨਾਨਕੀ ਜੀ ਨੇ ਪਤੀ ਸਤਿਗੁਰੂ ਜੀ ਦੇ ਬਚਨਾਂ ਉੱਤੇ ਦ੍ਰਿੜ ਭਰੋਸਾ ਕਰਦਿਆਂ ਹੋਇਆਂ ਸ੍ਰੀ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਤੇ ਮਾਤਾ ਗੁਜਰੀ ਜੀ ਨੂੰ ਨਾਲ ਲਿਆ ਕੀਰਤਪੁਰ ਸਾਹਿਬ ਤੋਂ ਤੇ ਆਪਣੇ ਪੇਕੇ ਪਿੰਡ ਆ ਗਏ ਬਕਾਲੇ ਨਗਰ ਦੇ ਵਿੱਚ। ਇਹ ਮਾਤਾ ਨਾਨਕੀ ਜੀ ਦਾ ਪੇਕਾ ਪਿੰਡ ਹੈ। ਉਸ ਵੇਲੇ ਬਾਬਾ ਬਕਾਲਾ ਨਹੀਂ ਸੀ ਕਿਹਾ ਜਾਂਦਾ, ਕੱਲਾ ਬਕਾਲਾ ਕਿਹਾ ਜਾਂਦਾ ਸੀ। ਉੱਥੇ ਇੱਕ ਤਾਂ ਮਾਤਾ ਜੀ ਦਾ ਪੇਕਾ ਪਿੰਡ ਹੈ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਇਹ ਨਾਨਕਾ ਪਿੰਡ ਹੈ, ਤੇ ਦੂਸਰਾ ਉਸ ਨਗਰ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੂਜਨੀਕ ਮਾਤਾ ਗੰਗਾ ਜੀ ਨੇ ਸਰੀਰ ਤਿਆਗਿਆ ਸੀ ਬਾਬਾ ਬਕਾਲਾ ਸਾਹਿਬ ਵਿੱਚ। ਉਸੇ ਨਗਰ ਵਿੱਚ ਮਾਤਾ ਜੀ ਦਾ ਅੰਤਮ ਸੰਸਕਾਰ ਹੋਇਆ ਸੀ, ਮਾਤਾ ਗੰਗਾ ਜੀ ਦਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਮਹਿਲ, ਛੇਵੇਂ ਮਹਾਰਾਜ ਸਾਹਿਬ ਜੀ ਦੇ ਮਾਤਾ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਦੇ ਸਤਿਕਾਰਯੋਗ ਦਾਦੀ ਮਾਤਾ ਜੀ, ਉਹਨਾਂ ਦਾ ਉੱਥੇ ਦੇਵਰਾ ਅੰਗੀਠਾ ਸਾਹਿਬ। ਆਖਿਆ ਨਾਲੇ ਮਾਤਾ ਜੀ ਦੇ ਅੰਗੀਠਾ ਸਾਹਿਬ ਦੀ ਸੇਵਾ ਕਰਾਇਓ। ਜਦੋਂ ਉੱਥੇ ਪਹੁੰਚੇ ਫਿਰ ਲੰਮਾ ਸਮਾਂ ਉੱਥੇ ਹੀ ਰਹਿਣਾ ਕੀਤਾ। ਫਿਰ ਸਤਵੇਂ ਪਾਤਸ਼ਾਹ ਨੇ ਗੁਰਿਆਈ ਕੀਤੀ। ਸਤਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪਣੇ ਛੋਟੇ ਸਾਹਿਬਜ਼ਾਦੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਗੁਰਿਆਈ ਦਿੱਤੀ। 2.5 ਸਾਲ ਦੇ ਲਗਭਗ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਸਤਿਗੁਰੂ ਜੀ ਨੇ ਗੁਰਿਆਈ ਕੀਤੀ। ਸਮੇਂ ਨਾਲ ਰਾਜੇ ਜੈ ਸਿੰਘ ਦੇ ਬੇਨਤੀ ਕਰਨ ਤੋਂ ਦਿੱਲੀ ਜਾਂਦੇ ਆ ਔਰ ਉੱਥੇ ਸਿੱਖ ਸੰਗਤਾਂ ਦੇ ਦੁਖੜੇ ਦੂਰ ਕਰਦਿਆਂ ਹੋਇਆਂ ਮਹਾਰਾਜ ਸਾਹਿਬ ਜੀ ਜਦੋਂ ਸੱਚਖੰਡ ਪਿਆਨਾ ਕਰਨ ਲੱਗੇ, ਸੰਗਤ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਅੱਗੇ ਕਿਹਦੇ ਲੜ ਲਾ ਕੇ ਚੱਲੇ ਹੋ? ਤੇ ਆਪ ਜੀ ਨੇ ਬਚਨ ਕੀਤਾ, 5 ਪੈਸੇ ਨਾਲੀਏ ਮੰਗਾ ਕੇ ਧਿਆਨ ਨਾਲ ਹੀ ਪਰਿਕਰਮਾ ਕੀਤੀਆਂ, ਗੁਰਿਆਈ ਬਖਸ਼ੀ ਤੇ ਕਹਿ ਦਿੱਤਾ, ਬਾਬਾ ਬਸੇ ਜੇ ਗ੍ਰਾਮ ਬਕਾਲੇ ਬਣ ਗੁਰ ਸੰਗਤ ਸਕਲ ਸੰਭਾਲੇ। ਬਾਬਾ ਜੀ ਬਕਾਲੇ ਨਗਰ ਵਿੱਚ ਵਸ ਰਹੇ ਆ, ਉਹ ਗੁਰਤਾ ਗੱਦੀ ਦੇ ਮਾਲਕ ਬਣ ਕੇ ਸਾਰੀ ਸੰਗਤ ਨੂੰ ਸੰਭਾਲ ਲੈਣਗੇ। ਦਿੱਲੀ ਵਿੱਚੋਂ ਧਿਆਨ ਦੇ ਨਾਲ ਗੁਰਿਆਈ ਬਖਸ਼ੀ ਤੇ ਸੰਸਾਰੀ ਰਿਸ਼ਤੇ ਵਜੋਂ ਬਾਬਾ ਜੀ ਲੱਗਦੇ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਜੀ ਨੂੰ ਬਾਬਾ ਜੀ ਕਿਹਾ ਜਾਂਦਾ ਆਮ ਇਲਾਕਿਆਂ ਦੇ ਵਿੱਚ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਜੀ ਹਨ ਬਾਬਾ ਗੁਰਦਿੱਤਾ ਜੀ, ਤੇ ਬਾਬਾ ਗੁਰਦਿੱਤਾ ਜੀ ਦੇ ਸਭ ਤੋਂ ਛੋਟੇ ਭਰਾਤਾ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ। ਇਸ ਕਰਕੇ ਬਾਬਾ ਜੀ ਦਾ ਭਰਾ ਬਾਬਾ ਲੱਗਿਆ। ਬਾਬਾ ਬਸੇ ਜੇ ਗ੍ਰਾਮ ਬਕਾਲੇ ਬਣ ਗੁਰ ਸੰਗਤ ਸਕਲ ਸੰਭਾਲੇ। 22 ਮੰਜੀਆਂ ਲੱਗਣੀਆਂ। 9ਵੇਂ ਪਾਤਸ਼ਾਹ ਨੇ ਮੱਖਣ ਸ਼ਾਹ ਲੁਬਾਣੇ ਸਿੱਖ ਦਾ ਜਹਾਜ਼ ਬੰਨੇ ਲਾਉਣਾ, ਉਹਨੇ ਆ ਕੇ ਸਾਰਿਆਂ ਨੂੰ ਪਰਖਣਾ। ਫਿਰ ਮਹਾਰਾਜ ਸਾਹਿਬ ਜੀ ਦਾ ਪੁੱਛ ਕੇ ਜਾ ਕੇ 2 ਮੋਹਰਾਂ ਰੱਖ ਕੇ ਮੱਥਾ ਟੇਕਣਾ ਤੇ ਕਹਿ ਦੇਣਾ, ਗੁਰੂ ਘਰ ਨੂੰ ਮਾਇਆ ਦੀ ਤਾਂ ਭੁੱਖ ਨਹੀਂ ਸਿੱਖਾ, ਪਰ ਜਦੋਂ ਜਹਾਜ਼ ਸਮੁੰਦਰ ਵਿੱਚ ਅਟਕਿਆ ਸੀ 500 ਮੋਹਰ ਸੁਖੀ ਸੀ ਤੂੰ, ਹੁਣ ਇਹ 2 ਰੱਖਦਾ ਹੈ। ਉਸੇ ਵੇਲੇ ਫਿਰ ਮਹਾਰਾਜ ਸਾਹਿਬ ਦੀ ਆਗਿਆ ਲੈ ਕਰਕੇ ਭਾਵੇਂ ਸਤਿਗੁਰੂ ਜੀ ਨੇ ਆਖਿਆ ਸੀ ਸਾਨੂੰ ਪ੍ਰਗਟ ਨਾ ਕਰ, ਲੰਮਾ ਇਤਿਹਾਸ ਹੈ, ਕੋਠੇ ਤੇ ਚੜ ਕੇ ਪੱਲਾ ਫੇਰ ਕੇ ਆਖਿਆ ਸੀ, ਗੁਰੂ ਕੀ ਸੰਗਤ ਜੀ ਗੁਰ ਲਾਧੋ ਰੇ, ਗੁਰ ਲਾਧੋ ਰੇ, ਸੱਚਾ ਗੁਰ ਲਾਧੋ ਰੇ, ਗੁਰੂ ਲੱਭ ਪਿਆ ਹੈ। ਸਾਰੀਆਂ ਸੰਗਤਾਂ ਆਈਆਂ। 9ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਪ੍ਰਗਟ ਹੋਏ ਤੇ ਇਤਿਹਾਸ ਕਹਿੰਦਾ ਹੈ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਗੁਰਿਆਈ ਦਿੱਤੀ ਤੇ ਸੱਚਖੰਡ ਪਿਆਨਾ ਕੀਤਾ ਸੀ ਨਾ, 1664 ਵਿੱਚ ਗੁਰਿਆਈ ਦਿੱਤੀ ਸੀ, ਈਸਵੀ ਸਨ 1664, ਬਿਕਰਮੀ ਸੰਮਤ 1721 ਨੂੰ। ਪੂਰੇ 1 ਸਾਲ 22 ਮੰਜੀਆਂ ਲੱਗੀਆਂ ਰਹੀਆਂ ਤੇ 1 ਸਾਲ ਬਾਅਦ 1665 ਦੇ ਵਿੱਚ 1722 ਬਿਕਰਮੀ ਸੰਮਤ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਗਤ ਵਿੱਚ ਪ੍ਰਗਟ ਹੋਏ। ਫਿਰ ਮਹਾਰਾਜ ਅੰਮ੍ਰਿਤਸਰ ਸਾਹਿਬ ਜਾਂਦੇ, ਵੱਲੇ ਜਾਂਦੇ, ਫਿਰ ਕੀਰਤਪੁਰ ਸਾਹਿਬ ਆਉਂਦੇ, ਇਧਰੋਂ ਫਿਰ ਜ਼ਮੀਨ ਮੁੱਲ ਖਰੀਦ ਕੇ 1665 ਈਸਵੀ ਸਨ 1722 ਬਿਕਰਮੀ ਸੰਮਤ ਨੂੰ ਤੇ ਇੱਕ ਨਗਰ ਵਸਾਉਂਦੇ, ਆਪਣੇ ਮਾਤਾ ਜੀ ਦੇ ਨਾਮ ਉੱਤੇ ਨਾਮ ਰੱਖਦੇ ਆ ਚੱਕ ਨਾਨਕੀ, ਜਿਹਦਾ ਬਾਅਦ ਵਿੱਚ ਨਾਮ ਪੈਂਦਾ ਹੈ ਸ੍ਰੀ ਆਨੰਦਪੁਰ ਸਾਹਿਬ। ਇਹ ਨਗਰ ਵਸਾ ਕੇ ਕੁਝ ਮਹੀਨੇ ਉੱਥੇ ਰਹਿ ਕੇ ਗੁਰਸਿੱਖਾਂ ਦੀ ਵਸੋਂ ਕਰਕੇ ਫਿਰ ਇੱਥੋਂ ਮਹਾਰਾਜ ਸਾਹਿਬ ਜੀ ਪੂਰਬ ਵੱਲ ਨੂੰ ਚਾਲੇ ਪਾਉਂਦੇ ਆ।
ਪਹਿਲੇ ਜਾਮੇ ਦੇ ਵਿੱਚ ਮਹਾਰਾਜ ਨੇ ਪਟਨੇ ਸਾਹਿਬ ਦੀ ਧਰਤੀ ਤੇ ਚਰਨ ਪਾਏ ਸੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਦੇ ਸਮੇਤ ਪਿਛਲੇ ਦਿਨਾਂ ਵਿੱਚ ਉਹ ਇਤਿਹਾਸ ਦੀ ਬੇਨਤੀ ਸਾਂਝੀ ਵੀ ਕੀਤੀ ਹੈ ਕਿ ਸਾਲਸਰਾਏ ਜੌਹਰੀ ਦੇ ਘਰੇ ਮਹਾਰਾਜ ਸਾਹਿਬ ਜੀ ਕਿੰਨੇ ਦਿਨ ਰਹੇ ਸੀ। ਉਹਦੀ ਹਵੇਲੀ ਵਿੱਚ ਉੱਥੇ ਕੀਰਤਨ ਕੀਤਾ ਤੇ ਜਦੋਂ ਮਹਾਰਾਜ ਉੱਥੋਂ ਚੱਲਣ ਲੱਗੇ ਸੀ ਉਹਨੇ ਬੇਨਤੀ ਕੀਤੀ, ਮਹਾਰਾਜ ਜਿਸ ਦਿਨ ਦੇ ਤੁਸੀਂ ਆਏ ਹੋ ਕੀਰਤਨ ਦਾ ਪ੍ਰਵਾਹ ਚੱਲ ਰਿਹਾ, ਸੰਗਤਾਂ ਜੁੜ ਰਹੀਆਂ, ਲੰਗਰ ਦਾ ਪ੍ਰਵਾਹ ਚੱਲ ਰਿਹਾ, ਮੇਰੀ ਭਾਵਨਾ ਇਸੇ ਤਰ੍ਹਾਂ ਕੀਰਤਨ ਵੀ ਹੋਵੇ, ਇਸੇ ਤਰ੍ਹਾਂ ਲੰਗਰ ਵੀ ਚੱਲਦਾ ਰਵੇ, ਆਪ ਜੀ ਦੇ ਦੀਦਾਰ ਹੁੰਦੇ ਰਹਿਣ। ਤੇ ਮਹਾਰਾਜ ਨੇ ਆਖਿਆ ਸੀ ਹੁਣ ਤਾਂ ਜੌਹਰੀਆ ਜਾਣ ਦੇ, ਤੇਰਾ ਪ੍ਰੇਮ ਵੇਖ ਕਰਕੇ ਬਚਨ ਕਰਦੇ ਆਂ ਵੀ 10ਵਾਂ ਜਾਮਾ ਇੱਥੇ ਤੇਰੇ ਘਰ ਵਾਲੇ ਥਾਂ ਤੇ ਆ ਕੇ ਪ੍ਰਗਟ ਕਰਾਂਗੇ, 10ਵਾਂ ਜਾਮਾ ਇੱਥੇ ਧਾਰਨ ਕਰਾਂਗੇ। ਉਹਨਾਂ ਬਚਨਾਂ ਨੂੰ ਯਾਦ ਕਰਦਿਆਂ ਹੋਇਆਂ ਆਨੰਦਪੁਰ ਸਾਹਿਬ ਵਸਾ ਕੇ 1665 ਈਸਵੀ ਸਨ ਦੇ ਵਿੱਚ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਫਿਰ ਆਪਣੇ ਪਰਿਵਾਰ ਸਮੇਤ ਮਾਤਾ ਗੁਜਰੀ ਜੀ, ਗੁਰੂ ਕੇ ਧਰਮ ਪਤਨੀ, ਉਸ ਵੇਲੇ ਨਾਮ ਮਾਤਾ ਗੁਜਰੀ ਜੀ ਸੀ, ਬਾਅਦ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਨਾਮ ਦੇ ਨਾਲ ਕੌਰ ਅੱਖਰ ਲੱਗਾ, ਮਾਤਾ ਗੁਜਰ ਕੌਰ ਜੀ। ਆਪਣੇ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਦੇ ਭਰਾਤਾ ਬਾਬਾ ਕਿਰਪਾਲ ਚੰਦ ਜੀ ਤੇ ਹੋਰ ਗੁਰੂ ਕੇ ਸਿੱਖ ਭਾਈ ਮਣੀ ਸਿੰਘ ਜੀ। ਭਾਈ ਮਣੀ ਸਿੰਘ ਦਾ ਨਾਮ ਉਦੋਂ ਭਾਈ ਮਣੀਆਂ ਸੀ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਬਾਬਾ ਗੁਰਦਿੱਤਾ ਜੀ ਜੋ ਬਾਬਾ ਬੁੱਢਾ ਸਾਹਿਬ ਜੀ ਦੀ ਬੰਸ ਵਿੱਚੋਂ ਸਨ, ਜਿਨ੍ਹਾਂ ਨੇ ਨਾਵੇਂ ਪਾਤਸ਼ਾਹ ਨੂੰ ਗੁਰਿਆਈ ਦਾ ਤਿਲਕ ਲਾਇਆ ਸੀ। ਇਹਨਾਂ ਸਾਰੇ ਗੁਰਸਿੱਖਾਂ ਨੂੰ ਤੇ ਪਰਿਵਾਰ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਤੋਂ ਮਹਾਰਾਜ ਨੇ ਪੂਰਬ ਵੱਲ ਨੂੰ ਫਿਰ ਪਿਆਨਾ ਕੀਤਾ, ਜਿਹਦਾ ਜ਼ਿਕਰ ਕਲਗੀਧਰ ਪਾਤਸ਼ਾਹ ਨੇ ਬਚਿੱਤਰ ਨਾਟਕ ਦੇ 7ਵੇਂ ਅਧਿਆਏ ਵਿੱਚ ਕੀਤਾ ਹੈ। ਮਹਾਰਾਜ ਕਹਿੰਦੇ ਮੋਰ ਪਿਤ ਪੂਰਬ ਕੀਸ ਪਿਆਨਾ, ਮੇਰੇ ਪਿਤਾ ਜੀ ਨੇ ਪੂਰਬ ਵੱਲ ਨੂੰ ਜਾਣਾ ਕੀਤਾ। ਭਾਂਤ ਭਾਂਤ ਕੇ ਤੀਰਥ ਨਾਨਾ, ਤਰ੍ਹਾਂ ਤਰ੍ਹਾਂ ਦੇ ਤੀਰਥਾਂ ਤੇ ਇਸ਼ਨਾਨ ਕੀਤਾ, ਤੀਰਥਾਂ ਨੂੰ ਵੀ ਪਵਿੱਤਰ ਕਰ ਦਿੱਤਾ, ਕਿਉਂਕਿ ਤੀਰਥਾਂ ਤੇ ਆਮ ਲੋਕ ਤਾਂ ਨਹਾਉਂਦੇ ਆਪਣੇ ਪਾਪ ਲਾਉਣ ਵਾਸਤੇ, ਪਰ ਕੋਈ ਗੁਰਮੁਖ, ਕੋਈ ਸਾਧੂ, ਕੋਈ ਸੰਤ, ਕੋਈ ਪਿਆਰੇ, ਉਹਨਾਂ ਦੀ ਤਾਂ ਤੀਰਥ ਵੀ ਚਰਨ ਧੂੜੀ ਲੋਚਦੇ ਆ। ਗੁਰੂ ਰਾਮਦਾਸ ਸਾਹਿਬ ਜੀ ਦਾ ਬਚਨ ਹੈ, ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ, ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਗੁਰੂ ਸਾਹਿਬ ਜੀ ਨੇ ਤਰ੍ਹਾਂ ਤਰ੍ਹਾਂ ਦੇ ਤੀਰਥਾਂ ਤੇ ਇਸ਼ਨਾਨ ਕੀਤਾ, ਨਾਵੇਂ ਪਾਤਸ਼ਾਹ ਨੇ ਤੀਰਥਾਂ ਨੂੰ ਵੀ ਪਵਿੱਤਰ ਕਰ ਦਿੱਤਾ। ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੇਣੀ ਭਏ। ਜਦੋਂ ਤ੍ਰਿਵੇਣੀ ਤੇ ਪਹੁੰਚੇ ਮਹਾਰਾਜ, ਪਿਤਾ ਗੁਰੂ ਗੋਬਿੰਦ ਸਿੰਘ ਜੀ ਆਪ ਕਹਿ ਰਹੇ, ਜਿੱਥੇ 3 ਨਦੀਆਂ ਗੰਗਾ ਤੇ ਜਮਨਾ ਪ੍ਰਤੱਖ ਤੇ ਸਰਸਵਤੀ ਦਾ ਗੁਪਤ ਸੰਗਮ ਮੰਨਿਆ, ਜਿਹਨੂੰ ਅੱਜ ਕੱਲ ਇਲਾਹਾਬਾਦ ਕਿਹਾ ਜਾਂਦਾ ਹੈ, ਜਦੋਂ ਉੱਥੇ ਪਹੁੰਚੇ, ਜਬ ਹੀ ਜਾਤ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ। ਉੱਥੇ ਫਿਰ ਪੁੰਨ ਦਾਨ ਕਰਦਿਆਂ ਦਿਨ ਬਤੀਤ ਕੀਤੇ। ਗੁਰੂ ਸਾਹਿਬ ਜੀ ਪੁੰਨ ਤੇ ਦਾਨ ਕਰਨ ਦਾ ਉਪਦੇਸ਼ ਕਰਦੇ। ਸਤਿਗੁਰੂ ਤਾਂ ਆਪ ਪੁੰਨ ਸਰੂਪ ਹੀ ਹਨ। ਗੁਰੂ ਕਾ ਤੇ ਦਰਸ਼ਨ ਹੀ ਪ੍ਰਾਪਤ ਹੋ ਜਾਵੇ ਤੇ ਵੱਡਾ ਪੁੰਨ ਪ੍ਰਾਪਤ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰੀਏ ਤੇ ਵੱਡਾ ਪੁੰਨ ਪ੍ਰਾਪਤ ਹੋ ਜਾਂਦਾ ਹੈ। ਕਰ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਪੁੰਨ ਦਾਨ ਦਿਨ ਕਰਤ ਬਿਤਾਏ। ਫਿਰ ਮਹਾਰਾਜ ਸਾਹਿਬ ਨੇ ਆਖਿਆ, ਤਹੀ ਪ੍ਰਕਾਸ਼ ਹਮਾਰਾ ਭਇਓ। ਉੱਥੇ ਸਾਡੇ ਮਾਤਾ ਜੀ ਨੂੰ ਸਾਡਾ ਪ੍ਰਕਾਸ਼ ਪ੍ਰਾਪਤ ਹੋਇਆ ਤ੍ਰਿਵੇਣੀ ਦੀ ਥਾਂ ਤੇ। ਉੱਥੇ ਮਾਤਾ ਨਾਨਕੀ ਜੀ ਨੇ ਬਚਨ ਕੀਤਾ ਸੀ, ਸਾਧ ਸੰਗਤ ਜੀ, ਕਿ ਪੁੱਤਰ ਤੁਹਾਡੇ ਪਿਤਾ ਮੀਰੀ ਪੀਰ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੈਨੂੰ ਬਚਨ ਦਿੱਤਾ ਸੀ ਕਿ ਇਹ ਨਾਨਕੇ ਤੂੰ ਆਪਣੇ ਮਹਾਬਲੀ ਪੋਤਰੇ ਦੇ ਦਰਸ਼ਨ ਕਰੇਂਗੇ ਤੇ ਤੁਹਾਡੇ ਆਨੰਦ ਕਾਰਜ ਨੂੰ ਪੁੱਤਰ ਸਮਾਂ ਵੀ ਬਹੁਤ ਹੋ ਗਿਆ ਹੈ। 30 ਸਾਲਾਂ ਤੋਂ ਵਧੇਕ ਸਮਾਂ ਹੋ ਗਿਆ ਸੀ। ਆਖਿਆ ਵੀ ਮੈਨੂੰ ਕਦੋਂ ਆਪਣੇ ਪੋਤਰੇ ਦੇ ਦੀਦਾਰ ਪ੍ਰਾਪਤ ਹੋਣਗੇ। ਮਾਤਾ ਜੀ ਅਰਦਾਸ ਕਰਦੇ ਹਾਂ, ਗੁਰੂ ਕੀ ਬਾਣੀ ਦਾ ਓਟ ਆਸਰਾ ਲੈਂਦੇ ਹਾਂ, ਗੁਰਸਿੱਖਾਂ ਪਾਸੋਂ ਅਰਦਾਸ ਕਰਾਉਣੇ ਹਾਂ, ਵਾਹਿਗੁਰੂ ਜੀ ਕਿਰਪਾ ਕਰਨਗੇ, ਤੁਸੀਂ ਛੇਤੀ ਆਪਣੇ ਮਹਾਬਲੀ ਪੋਤਰੇ ਦੇ ਦਰਸ਼ਨ ਕਰੋਗੇ। ਨਿਮਰਤਾ ਸਰੂਪ ਨਾਵੇਂ ਪਾਤਸ਼ਾਹ ਜੀ ਨੇ ਆਖਿਆ।
ਔਰ ਤ੍ਰਿਬੇਣੀ ਤੇ 6 ਮਹੀਨੇ ਦੇ ਲਗਭਗ ਨਾਵੇਂ ਪਾਤਸ਼ਾਹ ਰਹੇ ਪਰਿਵਾਰ ਸਮੇਤ। ਫਿਰ ਉੱਥੇ ਧੁਰ ਕੀ ਬਾਣੀ ਦਾ ਅਖੰਡ ਪਾਠ ਸਾਹਿਬ ਕਰਵਾਇਆ ਗਿਆ। ਇਸ ਭਾਵਨਾ ਦੇ ਵਿੱਚ, ਇਸ ਪ੍ਰੇਮ ਦੇ ਵਿੱਚ ਕਿ ਸਾਹਿਬਜ਼ਾਦੇ ਦੀ ਪ੍ਰਾਪਤੀ ਹੋਵੇ। ਤੇ ਉਹ ਅਖੰਡ ਪਾਠ ਸਾਹਿਬ ਬ੍ਰਹਮ ਗਿਆਨੀ ਗੁਰਸਿੱਖਾਂ ਨੇ ਕੀਤਾ। ਸਾਧ ਸੰਗਤ ਜੀ, ਜਿਹੜੇ ਗੁਰੂ ਘਰ ਦੇ ਬ੍ਰਹਮ ਗਿਆਨੀ ਮਹਾਨ ਗੁਰਸਿੱਖ ਹੋਏ, ਭਾਈ ਮਤੀ ਦਾਸ ਸਾਹਿਬ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਜਿਹੜੇ ਤਿੰਨੇ ਸਿੱਖ ਨਾਵੇਂ ਪਾਤਸ਼ਾਹ ਦੇ ਨਾਲ ਚਾਂਦਨੀ ਚੌਂਕ ਵਿੱਚ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਸੀ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ ਸੀ। ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਸੀ। ਭਾਈ ਦਿਆਲਾ ਜੀ ਜਿਹਨੂੰ ਦੇਗ ਵਿੱਚ ਉਬਾਲਿਆ ਗਿਆ ਸੀ। ਭਾਈ ਦਿਆਲਾ ਜੀ ਭਾਈ ਮਨੀ ਸਿੰਘ ਸਾਹਿਬ ਜੀ ਦੇ ਸਕੇ ਭਰਾ ਸਨ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਤੇ ਚੌਥੇ ਸਨ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦਾ ਨਾਮ ਉਸ ਵੇਲੇ ਭਾਈ ਮਣੀਆ ਸੀ। ਭਾਈ ਮਣੀ ਸਿੰਘ ਜੀ ਨੇ 7ਵੇਂ ਪਾਤਸ਼ਾਹ ਤੋਂ ਸਿੱਖੀ ਪ੍ਰਾਪਤ ਕੀਤੀ। ਸਾਧ ਸੰਗਤ ਜੀ, ਬੜਾ ਲੰਮਾ ਸਮਾਂ ਗੁਰੂ ਘਰ ਦੀ ਸੇਵਾ ਕੀਤੀ। ਭਾਈ ਮਣੀ ਸਿੰਘ ਜੀ ਨੇ 7ਵੇਂ ਪਾਤਸ਼ਾਹ ਤੋਂ ਸਿੱਖੀ ਪ੍ਰਾਪਤ ਕੀਤੀ। 8ਵੇਂ ਪਾਤਸ਼ਾਹ ਦੇ ਚਰਨਾਂ 'ਚ ਵੀ ਰਹੇ, 9ਵੇਂ ਪਾਤਸ਼ਾਹ ਦੇ ਵੀ, 10ਵੇਂ ਪਾਤਸ਼ਾਹ ਦੇ ਵੀ। 10ਵੇਂ ਪਾਤਸ਼ਾਹ ਦੇ ਸੱਚਖੰਡ ਪਿਆਨੇ ਤੋਂ ਬਾਅਦ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੇਵਾ ਕੀਤੀ ਤੇ ਫਿਰ ਕਿਤੇ ਬੰਦ ਕਟਾ ਕੇ ਸ਼ਹੀਦੀ ਪ੍ਰਾਪਤ ਕੀਤੀ। ਤ੍ਰਿਬੇਣੀ ਤੇ ਉਹ ਵੀ ਨਾਲ ਹਨ ਜਿਹੜੇ ਪਾਠੀ ਲੱਗੇ। ਭਾਈ ਮਣੀ ਸਿੰਘ ਜੀ ਵੀ ਲੱਗੇ ਤੇ 5ਵੇਂ ਲੱਗੇ ਬਾਬਾ ਗੁਰਦਿੱਤਾ ਜੀ, ਬਾਬਾ ਬੁੱਢਾ ਸਾਹਿਬ ਜੀ ਦੀ ਬੰਸ ਵਿੱਚੋਂ ਬ੍ਰਹਮ ਗਿਆਨੀ ਗੁਰਸਿੱਖ। ਇਹਨਾਂ 5 ਗੁਰਸਿੱਖਾਂ ਨੇ ਫਿਰ ਪਾਠ ਕੀਤਾ, ਅਰਦਾਸ ਹੋਈ ਤੇ ਉੱਥੇ ਫਿਰ ਕਲਗੀਧਰ ਪਾਤਸ਼ਾਹ ਕਹਿੰਦੇ ਹਨ, ਜਬ ਹੀ ਜਾਤ ਤ੍ਰਿਬੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ, ਤਹੀ ਪ੍ਰਕਾਸ਼ ਹਮਾਰਾ ਭਇਓ। ਤੇ ਜਦੋਂ ਫਿਰ ਪਰਿਵਾਰ ਸਾਰਾ ਪਟਨੇ ਸਾਹਿਬ ਪਹੁੰਚਾ ਕੇ ਉਸੇ ਹੀ ਹਵੇਲੀ ਵਿੱਚ, ਸਾਲਸਰਾਏ ਦੀ ਹਵੇਲੀ 'ਚ, ਤੇ ਆਪ ਮਹਾਰਾਜ ਰਾਜੇ ਰਾਮ ਸਿੰਘ ਦੀ ਸਹਾਇਤਾ ਕਰਨ ਵਾਸਤੇ ਬੰਗਾਲ ਵੱਲ ਨੂੰ ਜਾਂਦੇ ਆ, ਢਾਕੇ ਵੱਲ ਨੂੰ ਜਾਂਦੇ। ਤੇ ਬਾਅਦ ਵਿੱਚ ਫਿਰ ਸਾਧ ਸੰਗਤ ਜੀ ਪਟਨਾ ਸ਼ਹਿਰ ਵਿਖੇ ਭਵ ਲਿਓ। ਪਟਨਾ ਸ਼ਹਿਰ ਦੇ ਵਿੱਚ ਉਸ ਹਵੇਲੀ ਵਿੱਚ ਜਿੱਥੇ ਕਦੀ ਪਹਿਲੇ ਸਰੂਪ 'ਚ ਬਚਨ ਕੀਤਾ ਸੀ, 10ਵਾਂ ਜਾਮਾ ਇੱਥੇ ਆ ਕੇ ਪ੍ਰਗਟ ਕਰਾਂਗੇ। ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਅੱਜ ਦੇ ਦਿਹਾੜੇ ਅੰਮ੍ਰਿਤ ਵੇਲੇ ਪੋਹ ਸੁਦੀ 7ਵੀਂ 23 ਪੋਹ 1723 ਬਿਕਰਮੀ ਸੰਮਤ 22 ਦਸੰਬਰ 1666 ਈਸਵੀ ਨੂੰ ਗਰੀਬ ਨਵਾਜ ਨੇ ਪ੍ਰਕਾਸ਼ ਧਾਰਿਆ। ਪੀਰ ਭੀਖਣ ਸ਼ਾਹ ਠਸਕੇ ਦਾ ਰਹਿਣ ਵਾਲਾ ਹਰ ਰੋਜ਼ ਪਸ਼ੂ ਵਾਲੇ ਪਾਸੇ ਨੂੰ ਨਮਸਕਾਰ ਕਰਦਾ ਹੈ, ਸਿਜਦਾ ਕਰਦਾ ਹੈ, ਪਰ ਅੱਜ ਪੂਰਬ ਵੱਲ ਨੂੰ ਉਹਨੇ ਸੀਸ ਝੁਕਾਇਆ। ਮੁਰੀਦਾਂ ਨੇ ਪੁੱਛਿਆ, ਪੀਰ ਜੀ ਅੱਜ ਇਧਰ ਨੂੰ ਕਿਉਂ? ਖੁਦਾ ਦਾ ਘਰ ਤੇ ਤੁਸੀਂ ਪਸ਼ੂ ਵਾਲੇ ਪਾਸੇ ਦੱਸਦੇ ਹੋ ਕਿ ਇਧਰਲੇ ਪਾਸੇ ਮੱਕਾ ਹੈ, ਕਾਬਾ ਹੈ। ਉਹਨੇ ਕਿਹਾ ਖੁਦਾ ਦਾ ਘਰ ਇਧਰ ਹੈ, ਪਰ ਖੁਦਾ ਇਧਰ ਆ ਗਿਆ ਹੈ, ਪੂਰਬ ਵਾਲੇ ਪਾਸੇ ਆ ਗਿਆ ਹੈ। ਨਾਲ ਮੁਰੀਦਾਂ ਨੂੰ ਲੈ ਕਰਕੇ ਦਰਸ਼ਨ ਕਰਨ ਵਾਸਤੇ ਗਿਆ। ਜਾ ਕੇ ਦਰਸ਼ਨ ਵੀ ਕੀਤੇ, ਆਪਣੇ ਮਨ ਦੇ ਸੰਸ਼ੇ ਵੀ ਦੂਰ ਕੀਤੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਆਪਣਾ ਸੰਸਾਰ ਵਿੱਚ ਆਉਣ ਦਾ ਕਾਰਨ ਦੱਸਿਆ। ਗਰੀਬ ਨਵਾਜ ਸਾਹਿਬ ਜੀ ਕਹਿੰਦੇ, ਅਸੀਂ ਧਰਮ ਚਲਾਵਨ, ਸੰਤ ਉਬਾਰਨ, ਦੁਸ਼ਟ ਸਭਨ ਕਾ ਮੂਲ ਉਪਾਰਨ। ਧਰਮ ਚਲਾਉਣ ਵਾਸਤੇ, ਸੰਤਾਂ ਨੂੰ ਬਚਾਉਣ ਵਾਸਤੇ, ਦੁਸ਼ਟਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ, ਜਾਹੀ ਕਾਜ ਧਰਾ ਹਮ ਜਨਮੰ, ਸਮਝ ਲੈ ਹੋ ਸਾਧੂ ਸਭ ਮਨਮੰ। ਇਸ ਕਰਕੇ ਅਸੀਂ ਪ੍ਰਕਾਸ਼ ਧਾਰਿਆ ਹੈ। ਸਾਧੂ ਜਨੋ, ਆਪਣੇ ਮਨ ਦੇ ਵਿੱਚ ਇਸ ਗੱਲ ਨੂੰ ਸਮਝ ਲੈਣਾ ਕਰੋ। ਤੋ ਐਸੇ ਗਰੀਬ ਨਵਾਜ, ਚੋਜੀ ਪ੍ਰੀਤਮ, ਅੰਮ੍ਰਿਤ ਕੇ ਦਾਤੇ, ਪੰਥ ਦੇ ਵਾਲੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਰਬੱਤ ਗੁਰੂ ਕੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਮਹਾਰਾਜ ਸਾਹਿਬ ਗਰੀਬ ਨਵਾਜ ਸੱਚੇ ਪਾਤਸ਼ਾਹ ਜੋ ਲੜੀਵਾਰ ਰੂਪ ਦੇ ਵਿੱਚ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਰਾਮ ਕਲੀ ਰਾਗ ਹੈ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੀਜੇ ਪਾਤਸ਼ਾਹ ਉਚਾਰਨ ਕਰਦੇ ਹਨ। ਇਹ ਪਵਿੱਤਰ ਸ਼ਬਦ 910 ਅੰਗ ਤੇ ਹੇਠਲੇ ਪਾਸਿਓਂ ਆਰੰਭ ਹੁੰਦਾ ਹੈ ਤੇ 911 ਅੰਗ ਤੇ ਇਸ ਦੀ ਸੰਪੂਰਨਤਾ ਹੀ ਹੁੰਦੀ ਹੈ। ਔਰ 30 ਪਦੇ ਹਨ ਇਸ ਪਵਿੱਤਰ ਸ਼ਬਦ ਦੇ।
ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ। ਹਮ ਕੁਚਲ ਕੁਚੀਲ ਅਤ ਅਭਿਮਾਨੀ। ਗਰੀਬ ਨਵਾਜ ਕਹਿੰਦੇ ਵਾਹਿਗੁਰੂ ਜੀ ਅੱਗੇ ਭਾਈ ਬੇਨਤੀ ਕਰੀਏ, ਹਮ ਕੁਚਲ ਕਿ ਅਸੀਂ ਟੇਢੀਆਂ ਚਾਲਾਂ ਚੱਲਣ ਵਾਲੇ ਹਾਂ। ਕੁਚੀਲ ਇੰਦਰੀਆਂ ਕਰਕੇ ਕੁਚੀਲ ਹਾਂ, ਮੈਲੇ ਹਾਂ, ਸਾਡੀਆਂ ਇੰਦਰੀਆਂ ਇਹ ਮੈਲੀਆਂ ਹੋ ਰਹੀਆਂ ਹਨ। ਅੱਖਾਂ, ਕੰਨ, ਰਸਨਾ ਆਦਿਕ ਇਹਨਾਂ ਕਰਕੇ ਅਸੀਂ ਅਪਵਿੱਤਰ ਹਾਂ, ਮਲੀਨ ਹਾਂ। ਅਤ ਅਭਿਮਾਨੀ ਤੇ ਅਤ ਦੇ ਹੰਕਾਰੀ ਹਾਂ, ਬਹੁਤਾ ਹੰਕਾਰ ਕਰਦੇ ਹਾਂ ਕਿ ਸਾਡੇ ਵਰਗਾ ਕੋਈ ਸਮਝਦਾਰ ਨਹੀਂ, ਸਾਡੇ ਵਰਗਾ ਕੋਈ ਤਾਕਤਵਰ ਨਹੀਂ, ਸਾਡੇ ਵਰਗਾ ਕੋਈ ਦਾਨੀ ਗਿਆਨੀ ਨਹੀਂ। ਅਸੀਂ ਅਤ ਦਾ ਅਭਿਮਾਨ ਕਰਨ ਵਾਲੇ ਹਾਂ। ਨਿਲ ਸ਼ਬਦ ਮੈਲ ਉਤਾਰੀ। ਤਾਂ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ ਕਿ ਸਾਡੀ ਹਾਲਤ ਤਾਂ ਇਸ ਤਰ੍ਹਾਂ ਦੀ ਸੀ, ਪਰ ਸ਼ਬਦ ਨਾਲ ਮਿਲ ਕਰਕੇ ਜਦੋਂ ਅਸੀਂ ਸ਼ਬਦ ਨਾਲ ਮਿਲੇ ਤੇ ਫਿਰ ਗੁਰੂ ਕੇ ਸ਼ਬਦ ਨੇ ਸਾਡੀ ਮੈਲ ਲਾਹ ਦਿੱਤੀ, ਮੈਲ ਉਤਾਰ ਦਿੱਤੀ। ਤਾਂ ਇਸ ਤਰ੍ਹਾਂ ਬੇਨਤੀ ਕਰੀਏ ਕਿ ਮਹਾਰਾਜ ਅਸੀਂ ਟੇਢੀਆਂ ਚਾਲਾਂ ਚੱਲਣ ਵਾਲੇ ਅਪਵਿੱਤਰ ਤੇ ਅਤ ਦੇ ਅਭਿਮਾਨੀ ਹਾਂ। ਸਾਨੂੰ ਸ਼ਬਦ ਨਾਲ ਮੇਲ ਕਰਕੇ ਸਾਡੇ ਹਿਰਦੇ ਤੇ ਲੱਗੀ ਹੋਈ ਹੈ ਵਿਕਾਰਾਂ ਦੀ, ਔਗਣਾਂ ਦੀ, ਪਾਪਾਂ ਦੀ ਮੈਲ ਆਪ ਜੀ ਉਤਾਰ ਦੇਵੋ। ਸੰਤ ਗੁਰਮੁਖ ਨਾਮ ਨਿਸਤਾਰੀ। ਹੇ ਸੰਤ ਜਨੋ, ਗੁਰੂ ਮੁਖ ਦੁਆਰਾ ਉਚਾਰਨ ਕੀਤਾ ਹੋਇਆ ਨਾਮ, ਉਹ ਨਾਮੀ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਈਏ ਤੇ ਫਿਰ ਸਤਿਗੁਰੂ ਜੀ ਨਾਮ ਨਾਲ ਜੋੜ ਕਰਕੇ ਨਿਸ ਪਰਪੰਚ ਤੋਂ ਤਾਰ ਦਿੰਦੇ ਹਨ। ਸੱਚਾ ਨਾਮ ਵਸਿਆ ਘਟ ਅੰਤਰ। ਸੱਚਾ ਨਾਮ ਪ੍ਰਭੂ ਦਾ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ ਹੈ। ਕਰਤਾ ਆਪ ਸਵਾਰੀ। ਤਾਂ ਕਰਤੇ ਪੁਰਖ ਨੇ ਆਪ ਉਹਨਾਂ ਦੀ ਬੁੱਧੀ ਸਵਾਰ ਦਿੱਤੀ ਹੈ। ਕਰਤੇ ਪੁਰਖ ਨੇ ਆਪ ਉਹਨਾਂ ਦੀ ਜ਼ਿੰਦਗੀ ਸਵਾਰ ਦਿੱਤੀ, ਜਿਨ੍ਹਾਂ ਦੇ ਹਿਰਦੇ ਵਿੱਚ ਸੱਚਾ ਨਾਮ ਵਸਾ ਦਿੱਤਾ ਹੈ। ਵਿਸਰਾਮ ਦੇ ਕਰਕੇ ਫਰਮਾਉਂਦੇ ਹਨ, ਪਾਰਸ ਪਰਸੇ ਫਿਰ ਪਾਰਸ ਹੋਏ। ਅਸੀਂ ਪਾਰਸ ਰੂਪ ਸਤਿਗੁਰੂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਪਰਸਨਾ ਕੀਤਾ, ਫਿਰ ਸਤਿਗੁਰੂ ਜੀ ਨੇ ਸਾਨੂੰ ਆਪਣਾ ਰੂਪ ਪਾਰਸੀ ਕਰ ਲਿਆ। ਪਾਰਸ ਦੇ ਨਾਲ ਪਰਸ ਕੇ ਪਾਰਸੀ ਹੋ ਗਏ। ਪਾਰਸ ਦੇ ਨਾਲ 8 ਧਾਤਾਂ ਛੂ ਜਾਣ, ਪਰਸ ਜਾਣ ਤੇ ਉਹ ਸੋਨਾ ਹੋ ਜਾਂਦੀਆਂ ਹਨ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਾਰਸ ਦੇ ਨਾਲ ਬਾਬਾ ਲਹਿਣਾ ਜੀ ਪਰਸੇ ਤੇ ਉਹ ਸਤਿਗੁਰਾਂ ਦਾ ਰੂਪ ਪਾਰਸੀ ਹੋ ਗਏ, ਗੁਰੂ ਅੰਗਦ ਦੇਵ ਸਾਹਿਬ ਹੋ ਗਏ। ਗੁਰੂ ਅੰਗਦ ਦੇਵ ਸਾਹਿਬ ਪਾਰਸ ਦੇ ਨਾਲ ਅਸੀਂ ਪਰਸੇ, ਫਿਰ ਪਾਰਸ ਹੋਏ। ਫਿਰ ਸਤਿਗੁਰੂ ਜੀ ਨੇ ਸਾਨੂੰ ਆਪਣੇ ਨਾਲ ਮਿਲਾ ਕਰਕੇ ਪਾਰਸੀ ਕਰ ਲਿਆ, ਆਪਣਾ ਰੂਪ ਹੀ ਬਣਾ ਲਿਆ। ਹਰ ਜੀਉ ਆਪਣੀ ਕਿਰਪਾ ਧਾਰੀ। ਹਰੀ ਜੀਓ ਨੇ ਆਪਣੀ ਕਿਰਪਾ ਸਾਡੇ ਤੇ ਧਾਰੀ, ਕਿਰਪਾ ਕੀਤੀ। ਇੱਕ ਭੇਟ ਕਰਹਿ ਕਰਹਿ ਅਭਿਮਾਨੀ। ਇਹ ਕੈਸੇ ਲੋਕ ਵੀ ਹਨ ਜਿਹੜੇ ਧਰਮ ਦਾ ਲਿਬਾਸ ਭੇਖ ਧਾਰਨ ਕਰਕੇ ਅਭਿਮਾਨੀ ਹੋਏ ਫਿਰਦੇ ਹਨ। ਤਿਨ ਜੂਐ ਬਾਜੀ ਹਾਰੀ। ਉਹਨਾਂ ਨੇ ਵਕਾਰਾਂ ਰੂਪੀ, ਵਿਸ਼ਿਆਂ ਰੂਪੀ ਜੂਏ ਦੇ ਵਿੱਚ ਆਪਣੇ ਜੀਵਨ ਦੀ ਬਾਜੀ, ਜੀਵਨ ਦੀ ਖੇਡ ਹਾਰ ਦਿੱਤੀ। ਇਕ ਅਣਦਿਨ ਭਗਤ ਕਰੇ ਦਿਨ ਰਾਤੀ। ਇਹ ਕੈਸੇ ਹਨ ਗੁਰਮੁਖ ਪਿਆਰੇ ਜਿਹੜੇ ਦਿਨੇ ਰਾਤ ਭਗਤੀ ਕਰਦੇ ਹਨ। ਇੱਥੇ ਅਣਦਿਨ ਵੀ ਆ ਗਿਆ ਤੇ ਅੱਗੇ ਦਿਨ ਰਾਤੀ ਵੀ ਆ ਗਿਆ। ਅਣਦਿਨ ਦਾ ਅਰਥ ਵੀ ਦਿਨ ਰਾਤ ਹੁੰਦਾ ਹੈ ਤੇ ਦਿਨ ਰਾਤੀ ਦਾ ਅਰਥ ਵੀ ਦਿਨ ਰਾਤ। ਇੱਕ ਅਣਦਿਨ ਭਗਤ ਕਰ ਹੈ ਦਿਨ ਰਾਤੀ, ਇੱਕ ਦਿਨੇ ਰਾਤ ਜੋ ਪ੍ਰਭੂ ਦੇ ਪਿਆਰੇ ਭਗਤੀ ਕਰਦੇ ਹਨ, ਉਹਨਾਂ ਦੀ ਜ਼ਿੰਦਗੀ ਵਿੱਚੋਂ ਫਿਰ ਜਿਹੜੀ ਰਾਤ ਪਈ ਹੈ ਨਾ ਅਗਿਆਨਤਾ ਦੀ, ਉਹ ਗੁਰੂ ਪਰਮੇਸ਼ਰ ਨੇ ਆਪਣੀ ਭਗਤੀ ਦੇ ਨਾਲ ਦੂਰ ਕਰਕੇ, ਆਪਣੇ ਨਾਮ ਨਾਲ ਦੂਰ ਕਰਕੇ ਤੇ ਗਿਆਨ ਦਾ ਦਿਨ ਚੜਾ ਦਿੱਤਾ, ਪ੍ਰਕਾਸ਼ ਕਰ ਦਿੱਤਾ। ਰਾਮ ਨਾਮ ਗੁਰ ਧਾਰੀ। ਜਿਨ੍ਹਾਂ ਨੇ ਸਰਬ ਵਿਆਪਕ ਰਾਮ ਦੇ ਨਾਮ ਨੂੰ ਆਪਣੇ ਉਹ ਹਿਰਦੇ ਦੇ ਅੰਦਰ ਧਾਰਨ ਕੀਤਾ ਹੈ। ਅਣਦਿਨ ਰਾਤੇ ਸਹਿਜੇ ਮਾਤੇ। ਜਿਹੜੇ ਦਿਨੇ ਰਾਤ ਰਤੇ ਹੋਏ ਆ, ਪ੍ਰੇਮੀ ਬਣੇ ਹਨ, ਉਹ ਸਹਿਜੇ ਹੀ ਸਹਿਜ ਗਿਆਨ ਦੇ ਕਰਕੇ ਪ੍ਰਭੂ ਨਾਮ ਦੇ ਵਿੱਚ ਮਾਤੇ ਮਸਤ ਹੋ ਗਏ। ਸਹਿਜੇ ਹੋਮੈ ਮਾਰੀ। ਤੇ ਫਿਰ ਨਾਮ ਨੇ ਸਹਿਜੇ ਹੀ ਉਹਨਾਂ ਦੇ ਅੰਦਰੋਂ ਹਉਮੈ ਨੂੰ ਮਾਰ ਮੁਕਾਇਆ, ਹਉਮੈ ਨੂੰ ਨਿਵਰਤ ਕਰ ਦਿੱਤਾ। ਭੈ ਬਿਨ ਭਗਤ ਨਾ ਹੋਈ ਕਬਹੀ। ਇਹ ਭਾਈ ਜਿੰਨਾ ਚਿਰ ਗੁਰੂ ਪਰਮੇਸ਼ਰ ਦਾ ਭੈ ਨਾ ਧਾਰਨ ਕਰੀਏ, ਨਿਰਮਲ ਭੈ, ਡਰ ਨਾ, ਅਦਬ ਨਾ ਧਾਰਨ ਕਰੀਏ,
ਤੇ ਡਰ ਤੋਂ ਬਿਨਾ ਭਗਤੀ ਨਹੀਂ ਹੁੰਦੀ ਹੈ ਕਦੇ ਵੀ। ਭੈ ਭਾਏ ਭਗਤ ਸੁਵਾਰੀ। ਜਿਨ੍ਹਾਂ ਨੇ ਭੈ ਅਦਬ ਧਾਰਨ ਕੀਤਾ, ਡਰ ਧਾਰਨ ਕੀਤਾ ਹੈ, ਤੇ ਭਾਏ ਪ੍ਰੇਮ ਧਾਰਨ ਕੀਤਾ ਹੈ, ਉਹਨਾਂ ਨੇ ਫਿਰ ਭਗਤੀ ਕੀਤੀ ਹੈ, ਤੇ ਉਹ ਭਗਤੀ ਕਰਕੇ ਉਹਨਾਂ ਦੀ ਜ਼ਿੰਦਗੀ ਗੁਰੂ ਪਰਮੇਸ਼ਰ ਨੇ ਸਵਾਰ ਦਿੱਤੀ। ਮਾਇਆ ਮੋਹ ਸ਼ਬਦ ਜਲਾਇਆ। ਜੋ ਮਾਇਆ ਦਾ ਮੋਹ ਜੀਵ ਦੇ ਅੰਦਰ ਹੈ, ਉਹ ਸ਼ਬਦ ਦੇ ਦੁਆਰਾ ਗੁਰੂ ਸਾਹਿਬ ਜੀ ਨੇ ਜਲਾ ਦਿੱਤਾ, ਸਾੜ ਦਿੱਤਾ, ਖਤਮ ਕਰ ਦਿੱਤਾ। ਗਿਆਨ ਤਤ ਵਿਚਾਰੀ। ਐਸੇ ਗੁਰਮੁਖ ਗਿਆਨ, ਜੋ ਤਤ ਸਰੂਪ ਦਾ ਗਿਆਨ ਹੈ, ਉਹਦੇ ਵਿਚਾਰ ਕਰਨ ਵਾਲੇ ਹੋ ਗਏ, ਪਰਮੇਸ਼ਰ ਦੀ ਵਿਚਾਰ ਕਰਨ ਵਾਲੇ ਹੋ ਗਏ। ਆਪੇ ਆਪ ਕਰਾਏ ਕਰਤਾ। ਮਹਾਰਾਜ ਕਹਿੰਦੇ ਆਪੇ ਆਪ ਹੀ ਉਹ ਪਰਮੇਸ਼ਰ ਕਰਨ ਕਰਾਉਣ ਵਾਲਾ ਹੈ, ਕਰਤਾ ਪੁਰਖ ਵਾਹਿਗੁਰੂ। ਆਪੇ ਬਖਸ਼ ਭੰਡਾਰੀ। ਤੇ ਆਪ ਹੀ ਬਖਸ਼ਿਸ਼ਾਂ ਕਰਕੇ ਉਹ ਗਿਆਨ ਦਾ ਭੰਡਾਰਾ, ਨਾਮ ਦਾ ਭੰਡਾਰਾ ਦੇ ਕੇ ਤੇ ਭੰਡਾਰੀ ਬਣਾ ਦਿੰਦਾ ਹੈ। ਭੰਡਾਰੀ ਕਹਿੰਦੇ ਆ ਭੰਡਾਰਾ ਵਰਤਾਉਣ ਵਾਲੇ ਨੂੰ। ਉਹ ਹਿਰਦੇ ਦੇ ਵਿੱਚ ਸਾਰਾ ਭੰਡਾਰਾ ਦੇ ਦਿੰਦਾ ਹੈ ਤੇ ਅੱਗੇ ਵੰਡਣ ਵਾਲੇ ਬਣਾ ਦਿੰਦਾ ਹੈ। ਇਸ ਤਿਆਗ ਗੁਣਾ ਕਾ ਅੰਤ ਨ ਪਾਇਆ। ਇਸ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਸੋ ਗਾਵਾ ਸ਼ਬਦ ਵਿਚਾਰੀ। ਅਸੀਂ ਤਾਂ ਗਾਉਂਦੇ ਹਾਂ ਪ੍ਰਭੂ ਦੇ ਗੁਣਾਂ ਨੂੰ, ਗੁਰੂ ਕੇ ਸ਼ਬਦ ਦੇ ਨਾਲ ਜੁੜ ਕੇ, ਸ਼ਬਦ ਦੀ ਵਿਚਾਰ ਕਰਕੇ। ਹਰ ਜੀਉ ਜਪੀ ਹਰ ਜੀਉ ਸਾਰਾ ਜੀ। ਹਰੀ ਜੀਓ ਨੂੰ ਹੀ ਜਪਦੇ ਆ ਤੇ ਉਸ ਹਰੀ ਜੀਓ ਪਰਮੇਸ਼ਰ ਦੀ ਹੀ ਸਿਫਤ ਕਰਦੇ ਹਾਂ। ਵਿੱਚੋਂ ਆਪ ਨਿਵਾਰੀ। ਤੇ ਹਿਰਦੇ ਵਿੱਚੋਂ ਆਪ ਭਾਵ ਗਵਾ ਕੇ, ਹੰਕਾਰ ਗਵਾ ਕਰਕੇ ਨਿਮਰਤਾ ਪੂਰਵਕ ਜਪਦੇ ਆ, ਨਿਮਰਤਾ ਪੂਰਵਕ ਹੀ ਪ੍ਰਭੂ ਜੀ ਦੀ ਸਿਫਤ ਸਲਾਹ ਕਰਦੇ ਹਾਂ। ਨਾਮ ਪਦਾਰਥ ਗੁਰ ਤੇ ਪਾਇਆ। ਨਾਮ ਰੂਪੀ ਅਮੋਲਕ ਪਦਾਰਥ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਾਸੋਂ ਅਸੀਂ ਪ੍ਰਾਪਤ ਕੀਤਾ ਹੈ। ਅਖੋਟ ਸੱਚੇ ਭੰਡਾਰੀ। ਜਿਹੜਾ ਅਖੁੱਟ ਹੈ, ਜਿਹੜਾ ਕਦੀ ਮੁੱਕੇਗਾ ਨਹੀਂ, ਕਦੀ ਖੁੱਟੇਗਾ ਨਹੀਂ, ਉਹ ਸੱਚੇ ਨਾਮ ਰੂਪੀ ਭੰਡਾਰੇ ਦੇ ਸਾਨੂੰ ਭੰਡਾਰੀ ਬਣਾ ਦਿੱਤਾ, ਵਰਤਾਉਣ ਵਾਲੇ ਬਣਾ ਦਿੱਤਾ ਗੁਰੂ ਜੀ ਨੇ। ਆਪਣੇ ਭਗਤਾਂ ਨੂੰ ਆਪੇ ਤੁਠਾ। ਇਹ ਭਾਈ ਜਿਹੜੇ ਜਿਹੜੇ ਵੀ ਉਸ ਪ੍ਰਭੂ ਦੀ ਭਗਤੀ ਕਰਦੇ ਹਨ, ਉਹ ਆਪਣੀਆਂ ਭਗਤਾਂ ਦੇ ਉੱਤੇ ਆਪ ਪ੍ਰਸੰਨ ਹੁੰਦਾ ਹੈ, ਆਪ ਤਰੁੱਠਦਾ ਹੈ। ਆਪਣੀ ਕਿਰਪਾ ਕਰ ਕਰਤਾ। ਆਪਣੀ ਕਿਰਪਾ ਕਰਕੇ ਉਸ ਕਰਤਾ ਪੁਰਖ ਨੇ ਆਪਣੀ ਕਲ ਸ਼ਕਤੀ ਆਪਣੇ ਭਗਤਾਂ ਦੇ ਵਿੱਚ ਰੱਖੀ ਹੈ। ਕਲ ਨਾਮ ਸੋ ਸ਼ਕਤੀ ਦਾ ਹੈ, ਆਪਣੀ ਕਲਾ ਆਪਣੇ ਪਿਆਰਿਆਂ ਦੇ ਵਿੱਚ ਉਸਨੇ ਧਾਰਨ ਕੀਤੀ ਹੈ। ਸੋ ਆਪ ਕਿਰਪਾ ਕਰਕੇ ਕੱਲ ਉਹਨਾਂ ਨੂੰ ਸੁੰਦਰ ਬਣਾ ਦਿੱਤਾ ਹੈ। ਆਪਣੀ ਕਲਾ ਆਪ ਆਪਣੇ ਪਿਆਰਿਆਂ ਦੇ ਵਿੱਚ ਨਾਮ ਦੀ ਰੱਖੀ ਹੈ। ਜਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ। ਫਿਰ ਉਹਨਾਂ ਗੁਰਮੁਖਾਂ ਨੂੰ ਸੱਚੇ ਨਾਮ ਦੀ ਸਦਾ ਹੀ ਭੁੱਖ ਲੱਗੀ ਰਹਿੰਦੀ, ਸਦਾ ਹੀ ਸੱਚੇ ਨਾਮ ਨੂੰ ਜਪਦੇ ਰਹਿੰਦੇ ਹਨ। ਸਾਚੇ ਨਾਮ ਕੀ ਲਾਗੈ ਭੂਖ, ਪੁੱਤ ਭੁੱਖੈ ਖਾਏ ਚੱਲਿਆ ਹੈ ਦੁਖ। ਆਵਨ ਸ਼ਬਦ ਵਿਚਾਰੀ। ਗੁਰੂ ਕੇ ਸ਼ਬਦ ਦੇ ਵਿਚਾਰਵਾਨ ਹੋ ਕਰਕੇ ਉਹ ਪ੍ਰਭੂ ਨੂੰ ਗਾਉਂਦੇ ਰਹਿੰਦੇ ਹਨ। ਜੀਉ ਪਿੰਡ ਸਭ ਕਿਛ ਹੈ ਤਿਸ ਕਾ। ਇਹ ਭਾਈ ਇਹ ਜੀਓ ਜਿੰਦ ਵੀ ਤੇ ਪਿੰਡ ਸਥੂਲ ਸਰੀਰ ਵੀ, ਜੀਓ ਸੂਖਮ ਸਰੀਰ ਵੀ, ਸਭ ਕਿਛ ਤਿਸ ਪ੍ਰਭੂ ਦਾ ਦਿੱਤਾ ਹੋਇਆ ਹੈ। ਆਖਣ ਬਿਖਮ ਵਿਚਾਰੀ। ਜੋ ਪ੍ਰਭੂ ਦੇ ਵਿਚਾਰ ਦਾ ਆਖਣਾ ਹੈ, ਇਹ ਬਿਖਮ ਹੈ, ਬਹੁਤ ਔਖਾ ਹੈ, ਬਹੁਤ ਕਠਨ ਹੈ। ਸਮਗਰ ਰੂਪ ਵਿੱਚ ਵਾਹਿਗੁਰੂ ਆਖਿਆ ਨਹੀਂ ਜਾ ਸਕਦਾ। ਸ਼ਬਦ ਲਗੇ ਸਹੀ ਜਨ ਨਿਸਤਰੇ। ਜਿਹੜੇ ਗੁਰੂ ਕੇ ਸ਼ਬਦ ਨਾਲ ਲੱਗ ਗਏ, ਸ਼ਬਦ ਨਾਲ ਜੁੜ ਗਏ, ਉਹ ਜਨ ਪਾਏ ਨਿਸ ਪ੍ਰਪੰਚ ਤੋਂ ਤਰ ਗਏ। ਭੋਜਲ ਪਾਰ ਉਤਾਰੀ। ਉਹਨਾਂ ਨੂੰ ਗੁਰੂ ਕੇ ਸ਼ਬਦ ਨੇ ਜਹਾਜ਼ ਰੂਪ ਹੋ ਕਰਕੇ ਸੰਸਾਰ ਭੌਜਲ ਤੋਂ ਪਾਰ ਕਰ ਦਿੱਤਾ। ਬਿਨ ਹਰਿ ਸਾਚੇ ਕੋ ਪਾਰ ਨ ਪਾਵੈ। ਬਿਨਾ ਹਰੀ ਪਰਮੇਸ਼ਰ ਦੇ ਸੱਚੇ ਨਾਮ ਤੋਂ ਕੋਈ ਸੰਸਾਰ ਸਮੁੰਦਰ ਨੂੰ ਪਾਰ ਨਹੀਂ ਪਾ ਸਕਦਾ, ਪਾਰ ਨਹੀਂ ਹੋ ਸਕਦਾ। ਬੁਝੈ ਗੁਰ ਵਿਚਾਰੀ। ਇਸ ਵਿਚਾਰ ਨੂੰ ਕੋਈ ਕੋਈ ਬੁੱਝਦਾ ਹੈ, ਕੋਈ ਕੋਈ ਸਮਝਦਾ ਹੈ। ਗੁਰੂ ਕੀ ਸ਼ਰਨ ਪੈਣ ਵਾਲਾ ਹੀ ਬੁੱਝਦਾ ਹੈ। ਜੋ ਧੁਰ ਲਿਖਿਆ ਸੋਈ ਪਾਇਆ। ਜੋ ਧੁਰ ਤੋਂ ਜੀਵਾਂ ਦੇ ਮਸਤਕ ਤੇ ਲਿਖਿਆ ਹੋਇਆ ਹੈ, ਉਹੀ ਕੁਝ ਜੀਵਾਂ ਨੂੰ ਪਾਇਆ ਹੈ, ਇਹਨਾਂ ਨੂੰ ਪ੍ਰਾਪਤ ਹੋਇਆ ਹੈ। ਬਿਨ ਹਰਿ ਸ਼ਬਦ ਸੁਆਰੀ। ਜਿਹੜੇ ਹਰੀ ਪਰਮੇਸ਼ਰ ਦੇ ਸ਼ਬਦ ਨਾਲ ਮਿਲੇ ਹਨ,
ਉਹਨਾਂ ਨੇ ਆਪਣੀ ਜ਼ਿੰਦਗੀ ਸਵਾਰ ਲਈ, ਆਪਣਾ ਜੀਵਨ ਸਵਾਰ ਲਿਆ। ਕਾਇਆ ਕੰਚਨ ਸ਼ਬਦੇ ਰਾਖੀ। ਮਹਾਰਾਜ ਕਹਿੰਦੇ ਉਹਨਾਂ ਦੀ ਕਾਇਆ ਕੰਚਨ ਵਰਗੀ ਹੋ ਗਈ, ਸੋਨੇ ਵਰਗੀ ਹੋ ਗਈ, ਜਿਹੜੇ ਸ਼ਬਦ ਦੇ ਨਾਲ ਰਾਤੇ ਆ। ਸ਼ਬਦ ਦੇ ਨਾਲ ਜਿਹੜੇ ਜਿਨ੍ਹਾਂ ਦੀ ਕਾਇਆ ਰੰਗੀ ਗਈ ਨਾ, ਪ੍ਰੀਤ ਵਾਲੀ ਹੋਈ, ਜਿਨ੍ਹਾਂ ਸ਼ਬਦ ਨਾਲ ਪ੍ਰੀਤ ਕੀਤੀ, ਸ਼ਬਦੇ ਰਾਤੀ, ਸ਼ਬਦ ਨਾਲ ਰੰਗੀ ਗਈ, ਉਹ ਫਿਰ ਕਾਇਆ ਕੰਚਨ ਵਰਗੀ ਹੋ ਗਈ, ਵਿਕਾਰਾਂ ਤੋਂ ਬਚ ਗਈ, ਪਾਪਾਂ ਤੋਂ ਬਚ ਗਈ। ਸਾਚਾ ਨਾਮ ਪਿਆਰੀ। ਜਿਨ੍ਹਾਂ ਨੇ ਸੱਚੇ ਨਾਮ ਦੇ ਨਾਲ ਪਿਆਰੀ ਪ੍ਰੀਤੀ ਕੀਤੀ ਹੈ, ਜਿਨ੍ਹਾਂ ਨੇ ਨਾਮ ਦੇ ਨਾਲ ਪ੍ਰੀਤੀ ਕੀਤੀ ਹੈ, ਕਾਇਆ ਅੰਮ੍ਰਿਤ ਰਹੀ ਭਰ ਭਰੇ। ਉਹਨਾਂ ਗੁਰਮੁਖਾਂ ਦੀ ਕਾਇਆ ਅੰਮ੍ਰਿਤ ਦੇ ਨਾਲ ਭਰਪੂਰ ਹੋ ਰਹੀ ਹੈ, ਨਾਮ ਅੰਮ੍ਰਿਤ ਦੇ ਨਾਲ ਕਲਿਆਣ ਦੇ ਸਹਿਤ ਹੋ ਰਹੀ ਹੈ। ਆਈਆ ਸ਼ਬਦ ਵਿਚਾਰੀ। ਇਹ ਭਾਈ, ਇਹ ਗੁਰੂ ਕੇ ਸ਼ਬਦ ਦੀ ਵਿਚਾਰ ਦੁਆਰਾ ਇਹ ਪਦਾਰਥ, ਇਹ ਗਿਆਨ ਭੰਡਾਰਾ ਜਿਹੜਾ ਪਾਇਆ ਜਾਂਦਾ, ਇਹ ਦਾਤ ਤਾਂ ਪਾਈ ਜਾਂਦੀ ਹੈ ਜੇ ਸ਼ਬਦ ਦੇ ਨਾਲ ਜੁੜੀਏ। ਜੋ ਪ੍ਰਭ ਖੋਜੈ ਸੇਈ ਪਾਵੈ। ਜਿਹੜੇ ਪ੍ਰਭੂ ਦੀ ਖੋਜ ਕਰਦੇ ਹਨ ਗੁਰੂ ਕੇ ਸ਼ਬਦ ਦੁਆਰਾ, ਉਹੀ ਪਾ ਲੈਂਦੇ ਹਨ ਪ੍ਰਭੂ ਜੀ ਨੂੰ। ਹੋਰ ਫੁੱਟ ਹੋਏ ਅਹੰਕਾਰੀ। ਹੋਰ ਜਿਹੜੇ ਹੰਕਾਰੀ ਲੋਕ ਹਨ ਉਹ ਫੁੱਟ ਕੇ ਮਰਦੇ ਹਨ। ਬਾਤੀ ਬਿਨ ਸਹਿ ਸੇਵਕ ਸੇਵੈ। ਜਿਹੜੇ ਭਾਈ ਬਾਦੀ ਝਗੜਾਲੂ ਹਨ, ਵਿਅਰਥ ਬਾਦ ਝਗੜਾ ਕਰਦੇ ਰਹਿੰਦੇ, ਉਹ ਤਾਂ ਬਿਨਸ ਜਾਂਦੇ ਆ, ਖਤਮ ਹੋ ਜਾਂਦੇ ਆ। ਤੇ ਜਿਹੜੇ ਭਾਵਨਾ ਨਾਲ ਸੇਵਕ ਬਣ ਕੇ ਸੇਵਾ ਕਰਦੇ ਆ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ। ਸੇਵਕ ਸੇਵਾ, ਜਿਹੜੇ ਸੇਵਕ ਬਣ ਕੇ ਨਿਮਰਤਾ ਪੂਰਵਕ ਸੇਵਾ ਕਰਦੇ ਹਨ, ਭਾਵ ਭਗਤੀ ਕਰਦੇ ਹਨ। ਗੁਰ ਕੈ ਹੇਤ ਪਿਆਰੀ। ਜਿਹੜੇ ਗੁਰੂ ਸਾਹਿਬ ਜੀ ਦੇ ਨਾਲ ਪਿਆਰ ਕਰਦੇ ਹਨ, ਗੁਰੂ ਸਾਹਿਬ ਹੀ ਹੇਤ ਕਾਰਨ ਹਨ ਆਪਣੀ ਪਿਆਰੀ ਪ੍ਰੀਤੀ ਦੇਣ ਦਾ। ਗੁਰੂ ਸਾਹਿਬ ਬਖਸ਼ਿਸ਼ ਕਰਕੇ ਪ੍ਰੀਤੀ ਦਿੰਦੇ ਹਨ। ਸੋ ਜੋਗੀ ਤਤ ਗਿਆਨ ਵਿਚਾਰੇ। ਉਹੀ ਮਹਾਰਾਜ ਕਹਿੰਦੇ ਜੋਗੀ ਹੈ, ਉਹੀ ਜੁੜਿਆ ਹੋਇਆ ਹੈ, ਜਿਹੜਾ ਤਤ ਸਿਧਾਂਤ ਸਰੂਪ ਪਰਮੇਸ਼ਰ ਦੇ ਗਿਆਨ ਦੀ ਵਿਚਾਰ ਕਰਦਾ ਹੈ। ਹਉਮੈ ਤ੍ਰਿਸ਼ਨਾ ਮਾਰੀ। ਤੇ ਉਹਦੇ ਅੰਦਰੋਂ ਹੀ ਫਿਰ ਹਉਮੈ ਤੇ ਤ੍ਰਿਸ਼ਨਾ ਮਾਰੀ ਜਾਂਦੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਕੇ ਹਉਮੈ ਵੀ ਮਾਰ ਦਿੰਦੇ ਤੇ ਤ੍ਰਿਸ਼ਨਾ ਵੀ ਮਾਰ ਦਿੰਦੇ ਹਨ। ਸਤਿਗੁਰ ਦਾਤਾ ਤਨੈ ਪਛਾਤਾ। ਇਹ ਭਾਈ ਸਤਿਗੁਰ ਦਾਤਾ ਹੈ। ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤੇ ਲੋਏ। ਅਮਰ ਪਦਾਰਥ ਨਾਨਕਾ ਮਨ ਮਾਨਿਐ ਸੁਖ ਹੋਏ। ਸਤਿਗੁਰੂ ਜੀ ਨਾਮ ਦੇ ਦਾਤੇ, ਗਿਆਨ ਦੇ ਦਾਤੇ, ਸਾਰੀਆਂ ਦਾਤਾਂ ਦੇ ਦਾਤੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿੰਨੀਆਂ ਦਾਤਾਂ ਮਹਾਰਾਜ ਨੇ ਦਿੱਤੀਆਂ। ਉਹ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਦਾਨ ਗਿਣ ਹੀ ਨਹੀਂ ਸਕਦੇ ਅਸੀਂ, ਕਿੰਨਾ ਕੁ ਦਾਨ ਦੇਤਾ ਮਹਾਰਾਜ। ਗੁਰੂ ਸਾਹਿਬ ਜੀ ਨੇ ਅੰਮ੍ਰਿਤ ਦਾ ਦਾਨ ਦਿੱਤਾ ਹੈ। ਅੰਮ੍ਰਿਤ ਦੇ ਦਾਤੇ ਤਾਂ ਹੀ ਕਿਹਾ ਜਾਂਦਾ ਨਾ ਕਲਗੀਧਰ ਪਾਤਸ਼ਾਹ ਜੀ ਨੂੰ, ਅੰਮ੍ਰਿਤ ਦੇ ਦਾਤੇ, ਨਾਮ ਦੇ ਦਾਤੇ। ਮਹਾਰਾਜ ਸਾਹਿਬ ਜੀ ਸੂਰਬੀਰਤਾ ਦੇ ਦਾਤੇ। ਆਪਣੇ ਗੁਰਸਿੱਖਾਂ ਨੂੰ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ, ਪੰਜ ਕਕਾਰੀ ਬਾਣਾ ਬਖਸ਼ ਕੇ, ਬਾਣੀ ਦੀ ਦਾਤ ਬਖਸ਼ੀ, ਬਾਣੇ ਦੀ ਦਾਤ ਬਖਸ਼ੀ, ਰਹਿਣੀ ਦੀ ਦਾਤ ਬਖਸ਼ਿਸ਼ ਕੀਤੀ। ਤਾਂ ਮਹਾਰਾਜ ਸਾਹਿਬ ਜੀ ਨੇ ਸੂਰਬੀਰ ਬਹਾਦਰ ਬਣਾਇਆ, ਜ਼ਬਰ ਤੇ ਜ਼ੁਲਮ ਦਾ ਟਾਕਰਾ ਕਰਨ ਵਾਲੇ ਬਣਾਇਆ। ਤਾਂ ਇਹ ਦਾਤਾਂ ਦਿੱਤੀਆਂ ਮਹਾਰਾਜ ਸਾਹਿਬ ਜੀ ਨੇ। ਸਤਿਗੁਰ ਦਾਤਾ, ਸਤਿਗੁਰੂ ਸਾਹਿਬ ਜੀ ਦਾਤਾ ਹਨ, ਦਾਤਾਂ ਦੇਣ ਵਾਲੇ ਹਨ। ਤਿਨੈ ਪਛਾਤਾ, ਪਰ ਉਸੇ ਜੀਵ ਨੇ ਸਤਿਗੁਰੂ ਜੀ ਨੂੰ ਪਛਾਣਿਆ ਹੈ ਜਿਸ ਨੂੰ ਕਿਰਪਾ ਤੁਮਾਰੀ। ਜਿਹਦੇ ਉੱਤੇ ਪ੍ਰਭੂ ਜੀ ਆਪ ਜੀ ਦੀ ਕਿਰਪਾ ਹੁੰਦੀ ਹੈ। ਸਤਿਗੁਰ ਨਾਲ ਸੇਵੈ ਮਾਇਆ ਲਾਗੀ। ਜਿਹੜੇ ਜੀਵ ਸਤਿਗੁਰੂ ਜੀ ਦੀ ਸੇਵਾ ਨਹੀਂ ਕਰਦੇ, ਮਾਇਆ ਦੇ ਵਿੱਚ ਹੀ ਲੱਗੇ ਹੋਏ ਹਨ, ਰੂਪ ਮੋਏ ਅਹੰਕਾਰੀ। ਉਹ ਹੰਕਾਰ ਕਰਨ ਵਾਲੇ ਡੁੱਬ ਗਏ ਪਦਾਰਥਾਂ ਦੇ ਪਾਣੀ ਦੇ ਵਿੱਚ, ਡੁੱਬ ਕੇ ਖਤਮ ਹੋ ਗਿਆ ਜੀਵਨ। ਜਿਚਰ ਅੰਦਰ ਸਾਸ ਤਿਚਰ ਸੇਵਾ ਕੀਚੈ। ਮਹਾਰਾਜ ਸੇਵਾ ਕਿੰਨਾ ਕੁ ਚਿਰ ਕਰਨੀ ਚਾਹੀਦੀ ਹੈ? ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਚਰ ਅੰਦਰ ਸਾਸ, ਜਿੰਨਾ ਚਿਰ ਸਾਡੇ ਸਰੀਰ 'ਚ ਸਵਾਸ ਚੱਲਦੇ ਆ ਉਹਨਾਂ ਚਿਰ ਭਾਈ ਨਾਮ ਜਪੋ। ਨਾਮ ਜਪਣਾ ਵੀ ਸੇਵਾ ਕਰਨੀ ਹੈ, ਗੁਰਬਾਣੀ ਪੜ੍ਹਨੀ ਵੀ ਸੇਵਾ ਕਰਨੀ ਹੈ। ਇਹ ਆਪਦੀ ਸੇਵਾ ਹੈ, ਜਿਹਨੂੰ ਮਹਾਰਾਜ ਨੇ ਆਖਿਆ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਵੀ ਪਹਿਲਾਂ ਆਪਣੀ ਤਾਂ ਸੇਵਾ ਕਰ, ਫਿਰ ਦੂਜੇ ਦੀ ਵੀ ਸੇਵਾ ਕਰ ਲਈ। ਜਿਹੜਾ ਪਹਿਲਾਂ ਆਪਦੇ ਭਾਂਡੇ ਮਾਂਜੇਗਾ ਫਿਰ ਹੀ ਦੂਜੇ ਦੇ ਮਾਂਜੇਗਾ।
ਪਹਿਲਾਂ ਆਪਣੇ ਆਪ ਨੂੰ ਵੀ ਸਵਾਰ, ਇਹ ਵੀ ਸੇਵਾ ਹੀ ਹੈ। ਆਪਣੇ ਆਪ ਨੂੰ ਸਾਬਤ ਸੂਰਤ ਹੋਣਾ, ਇਹ ਵੀ ਸੇਵਾ। ਆਪਣੇ ਆਪ ਦੇ ਉੱਤੇ ਤਰਸ ਕਰਨਾ ਹੈ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਤੇ ਹੁਣ ਜੀ ਦਇਆ ਪ੍ਰਵਾਨ ਜਿਹੜੀ ਉਹ ਦੂਜਿਆਂ ਜੀਆਂ ਤੇ ਥੋੜਾ ਦਇਆ ਕਰਨੀ, ਕੱਲੀ ਆਪਦੇ ਜੀ ਤੇ ਵੀ ਦਇਆ ਕਰਨੀ ਹੈ ਨਾ। ਮਹਾਰਾਜ ਕਹਿੰਦੇ ਜਿਹੜਾ ਨਾਮ ਨਹੀਂ ਜਪਦਾ ਉਹ ਤੇ ਆਪਦੀ ਆਤਮਾ ਦਾ ਆਪ ਘਾਤ ਕਰਦਾ ਪਿਆ, ਆਪਣੇ ਆਪ ਨੂੰ ਆਪ ਖਤਮ ਕਰਦਾ। ਜਿਹੜੇ ਕੇਸਾਂ ਦੀ ਬੇਅਦਬੀ ਕਰਦਾ ਉਹ ਆਪਦੇ ਉੱਤੇ ਹੀ ਦਇਆ ਨਹੀਂ ਕਰਦਾ। ਇਸ ਕਰਕੇ ਨਾਮ ਜਪਣਾ, ਸਾਬਤ ਸੂਰਤ ਹੋਣਾ, ਦਸੀ ਰਹਿਤ ਵਿੱਚ ਰਹਿਣਾ, ਇਹ ਆਪਦੇ ਜੀਵ ਆਤਮਾ ਉੱਤੇ ਦਇਆ ਕਰਨੀ ਹੈ। ਤੇ ਇਹਦਾ ਫਿਰ ਪੁੰਨ ਮਿਲੇਗਾ 68 ਤੀਰਥਾਂ ਦੇ ਇਸ਼ਨਾਨ ਦਾ ਜਿਹੜਾ ਫਲ ਹੈ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਆਪ ਤੇ ਦੇ ਵੀ ਦਇਆ ਕਰ ਤੇ ਫਿਰ ਦੂਜਿਆਂ ਜੀਵਾਂ ਤੇ ਵੀ ਦਇਆ ਕਰ। ਜਿਹੜਾ ਆਪਦੇ ਤੇ ਤਰਸ ਕਰੇਗਾ ਉਹੀ ਦੂਜਿਆਂ ਭੁੱਖੇ ਦੇ ਉੱਤੇ, ਪਿਆਸੇ ਦੇ ਉੱਤੇ, ਦੁਖੀ ਦੇ ਉੱਤੇ ਦਇਆ ਕਰੇਗਾ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਆਪਦੀ ਵੀ ਸੇਵਾ ਕਰ ਭਾਈ। ਜਿਹੜੀ ਸੇਵਾ ਕਰਨੀ ਹੈ ਨਾ, ਜਨ ਲਾਗਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਜੋ ਪ੍ਰਭੂ ਦੀ ਭਗਤੀ ਕਰਦਾ ਉਹ ਸੇਵਾ ਕਰਨ ਵਿੱਚ ਲੱਗਾ ਹੋਇਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਆਪਦਾ ਵੀ ਕਾਰਜ ਸਵਾਰ। ਜਿਚਰ ਅੰਦਰ ਸਾਸ ਤਿਚਰ ਸੇਵਾ ਕੀਚੈ। ਫਿਰ ਗੁਰੂ ਕੀ ਸੇਵਾ ਹੈ, ਗੁਰਸਿੱਖਾਂ ਦੀ ਸੇਵਾ ਹੈ। ਝਾੜੂ ਫੇਰਨਾ, ਦਰੀਆਂ ਝਾੜਨੀਆਂ, ਝੂਠੇ ਭਾਂਡੇ ਮਾਂਜਣੇ, ਤਨ ਨਾਲ ਸੇਵਾ ਕਰਨੀ, ਮਨ ਨਾਲ ਸਰਬੱਤ ਦਾ ਭਲਾ ਲੋਚਣਾ, ਧਨ ਦੇ ਨਾਲ ਸੇਵਾ ਕਰਨੀ। ਸੇਵਾ ਤੇ ਅਨੇਕ ਪ੍ਰਕਾਰ ਦੀ ਹੈ। ਅਨਕ ਭਾਂਤ ਕਰ ਸੇਵਾ ਕਰੀਏ, ਵਿੱਚ ਦੁਨੀਆ ਸੇਵ ਕਮਾਈਏ। ਗੁਰੂ ਕੇ ਅਸਥਾਨ ਤੇ ਵੀ ਸੇਵਾ ਕੀਤੀ ਜਾਂਦੀ ਹੈ ਤੇ ਬਾਹਰ ਸਮਾਜ ਵਿੱਚ ਵੀ ਸੇਵਾ ਕੀਤੀ ਜਾਂਦੀ ਹੈ ਲੋੜਵੰਦ ਦੀ। ਤਾਂ ਮਹਾਰਾਜ ਸਾਹਿਬ ਕਹਿੰਦੇ ਜਿਚਰ ਅੰਦਰ ਸਾਸ ਤਿਚਰ ਸੇਵਾ ਕੀਚੈ। ਜਿੰਨਾ ਚਿਰ ਸਾਡੇ ਸਰੀਰ 'ਚ ਸਾਹ ਚੱਲਦੇ ਆ ਉਹਨਾਂ ਚਿਰ ਭਾਈ ਸੇਵਾ ਕਰੀਏ ਭਾਵਨਾ ਦੇ ਨਾਲ। ਜੈ ਮਿਲਿਐ ਰਾਮ ਮੁਰਾਰੀ। ਤੇ ਫਿਰ ਫਲ ਇਹ ਪ੍ਰਾਪਤ ਹੋਵੇਗਾ ਕਿ ਜਾ ਕੇ ਮਿਲ ਜਾਈਏ ਰਾਮ ਮੁਰਾਰੀ ਨੂੰ। ਸੇਵਾ ਦੇ ਫਲ ਨਾਲ ਫਿਰ ਰਾਮ ਸਰਬ ਵਿਆਪਕ ਜੋ ਮੁਰਾਰੀ ਹੈ, ਮੁਰਾਦਕ ਦੈਂਤਾਂ ਨੂੰ ਮਾਰਨ ਵਾਲਾ ਹੈ ਤੇ ਮੁਰ ਹੰਕਾਰ ਨੂੰ ਮਾਰਨ ਵਾਲਾ ਹੈ, ਐਸੇ ਰਾਮ ਮੁਰਾਰੀ ਨੂੰ ਜਾ ਕੇ ਮਿਲ ਜਾਵਾਂਗੇ। ਜਾਏ ਮਿਲੀਏ ਰਾਮ ਮੁਰਾਰੀ। ਨਾਲੇ ਤਾਂ ਸੇਵਾ ਕਰੀਏ ਤੇ ਨਾਲੇ ਜਿਹੜੀ ਜਾਏ ਜਗ੍ਹਾ ਹੈ ਨਾ, ਰਾਮ ਮੁਰਾਰੀ ਜਿੱਥੇ ਰਹਿੰਦਾ ਉਹ ਹੈ ਸਤ ਸੰਗਤ ਰੂਪੀ ਜਗ੍ਹਾ। ਇਹ ਸਤ ਸੰਗਤ ਰੂਪੀ ਜਾਏ ਜਗ੍ਹਾ ਦੇ ਵਿੱਚ ਜਾ ਕੇ ਮਿਲਣਾ ਕਰੀਏ, ਭਾਵ ਸਤ ਸੰਗਤ ਕਰਨਾ ਕਰੀਏ। ਅਨਸ਼ਨ ਜਾਗਤ ਰਹਿ ਦਿਨ ਰਾਤੀ। ਮਹਾਰਾਜ ਕਹਿੰਦੇ ਐਸੇ ਗੁਰਮੁਖ ਫਿਰ ਦਿਨੇ ਰਾਤ ਗਿਆਨ ਜਾਗਰਤ ਦੀ ਅਵਸਥਾ ਵਿੱਚ ਜਾਗਦੇ ਰਹਿੰਦੇ ਆ। ਉਹਨਾਂ ਦੇ ਜੀਵਨ ਵਿੱਚੋਂ ਜਿਹੜੀ ਅਗਿਆਨਤਾ ਦੀ ਰਾਤੀ ਉਹ ਨਿਵਰਤ ਹੋ ਜਾਂਦੀ ਤੇ ਗਿਆਨ ਦਾ ਦਿਨ ਚੜ ਜਾਂਦਾ ਹੈ। ਆਪਣੇ ਪ੍ਰਿਯ ਪ੍ਰੀਤ ਪਿਆਰੀ। ਜਿਹੜੇ ਆਪਣੇ ਪਿਆਰੇ ਪ੍ਰਭੂ ਦੇ ਨਾਲ ਪਿਆਰੀ ਪ੍ਰੀਤ ਕਰਦੇ ਹਨ, ਪ੍ਰੀਤ ਕਰਦੇ ਹਨ, ਤਨ ਕਰਕੇ ਵੀ, ਮਨ ਕਰਕੇ ਵੀ, ਰਸਨਾ ਕਰਕੇ ਵੀ ਪ੍ਰਭੂ ਦੀ ਸਿਫਤ ਵਿੱਚ ਜੁੜੇ ਰਹਿੰਦੇ ਹਨ। ਤਨ ਮਨ ਵਾਰੀ ਵਾਰਕ ਵਾਰੀ। ਇਹ ਭਾਈ ਗੁਰੂ ਸਾਹਿਬ ਜੀ ਤੋਂ ਆਪਣਾ ਤਨ ਵੀ ਮਨ ਵੀ ਵਾਰ ਦਈਏ, ਵਾਰਨੇ ਕਰ ਦਈਏ, ਘੁਮਾ ਦਈਏ, ਘੋਲ ਘੁਮਾ ਦਈਏ। ਆਪਣੇ ਗੁਰ ਵਿਟਹੁ ਬਲਿਹਾਰ। ਆਪਣੇ ਗੁਰੂ ਸਾਹਿਬ ਜੀ ਦੇ ਉੱਪਰੋਂ ਬਲਿਹਾਰ ਜਾਈਏ। ਜਿਹੜਾ ਆਪਣਾ ਬਾਲ ਹੈ, ਬੁੱਧੀ ਦਾ ਬਾਲ, ਸਿਆਣਪ ਦਾ ਬਾਲ, ਤਨ ਦਾ ਬਾਲ, ਰੂਹਾਨੀ ਬਾਲ, ਜਿਸਮਾਨੀ ਬਾਲ, ਦੌਲਤ ਦਾ ਬਾਲ, ਅਹੁਦੇ ਦਾ ਬਾਲ, ਸਾਰਾ ਹੀ ਬਲ ਹਾਰ ਦਈਏ ਗੁਰੂ ਜੀ ਦੇ ਅੱਗੇ। ਆਪਣੇ ਗੁਰੂ ਸਾਹਿਬ ਜੀ ਤੋਂ ਬਲਿਹਾਰ ਜਾਈਏ, ਮਨ ਬਾਣੀ ਸਰੀਰ ਕਰਕੇ ਵਾਰੀ ਫੇਰੀ ਘੋਲੀ ਜਾਈਏ। ਮਾਇਆ ਮੋਹ ਬਿਨ ਸਜਾਏਗਾ। ਫਿਰ ਭਾਈ ਹਿਰਦੇ ਵਿੱਚੋਂ ਜਿਹੜਾ ਮਾਇਆ ਦਾ ਮੋਹ ਬਣ ਰਿਹਾ ਨਾ, ਮਾਇਆ ਦੀ ਪਕੜ ਬਣ ਰਹੀ ਹੈ, ਹੰਗਤਾ ਮਮਤਾ ਕਰਤਾ ਭੋਗਤਾ ਪੁਣਾ, ਇਹ ਸਾਰਾ ਬਿਨ ਸਜਾਵੇਗਾ, ਸਮਾਪਤ ਹੋ ਜਾਵੇਗਾ। ਉਬਰੇ ਸ਼ਬਦ ਵਿਚਾਰੀ। ਗੁਰੂ ਕੇ ਸ਼ਬਦ ਨੂੰ ਵਿਚਾਰਾਂਗੇ ਤੇ ਫਿਰ ਬਚ ਜਾਵਾਂਗੇ ਮਾਇਆ ਦੇ ਮੋਹ ਤੋਂ। ਫਿਰ ਮਾਇਆ ਵਿੱਚ ਰਹਿੰਦੇ ਨਿਰਲੇਪ ਰਵਾਂਗੇ। ਵਿੱਚੇ ਗ੍ਰਹਿ ਰਹੇ ਉਦਾਸੀ, ਜੋ ਕਮਲ ਰਹੇ ਵਿੱਚ ਪਾਣੀ, ਇਹ ਵਾਲੀ ਅਵਸਥਾ ਹੋ ਜਾਵੇਗੀ। ਆਪ ਜਗਾਏ ਸੇਈ ਜਾਗੇ। ਪਰ ਭਾਈ ਇਹ ਜਿਹੜੀ ਨੀਂਦ ਹੈ ਅਗਿਆਨਤਾ ਦੀ, ਇਹਦੇ ਵਿੱਚੋਂ ਆਪ ਹੀ ਗੁਰੂ ਸਾਹਿਬ ਜਗਾਉਣ, ਤਾਂ ਹੀ ਭਾਈ ਉਹ ਜੀਵ ਜਾਗਦੇ ਹਨ। ਗੁਰ ਕੈ ਸ਼ਬਦ ਵਿਚਾਰੀ। ਜਿਹੜੇ ਗੁਰੂ ਕੇ ਸ਼ਬਦ ਦੀ ਵਿਚਾਰ ਕਰਦੇ ਉਹ ਜਾਗਦੇ ਆ, ਉਹ ਫਿਰ ਇਸ ਨੀਂਦ ਵਿੱਚੋਂ ਉੱਠ ਖਲੋਂਦੇ ਹਨ। ਨਾਨਕ ਸੇਈ ਮੂਏ ਜਿਨ ਨਾਮ ਨ ਚਿਤੈ। ਨਾਨਕ ਸੇਈ ਮੂਏ ਜੇ ਨਾਮ ਨਾ ਚੇਤ ਹੈ। ਜਿਹੜੇ ਨਾਮ ਨਹੀਂ ਚੇਤੇ ਕਰਦੇ, ਮਹਾਰਾਜ ਕਹਿੰਦੇ ਉਹ ਮਰ ਗਏ ਜਾਣੋ।
ਉਹ ਜਿਉਂਦੇ ਨਹੀਂ, ਉਹ ਖਾਂਦੇ ਪੀਂਦੇ ਤੁਰਦੇ ਫਿਰਦੇ। ਮਹਾਰਾਜ ਕਹਿੰਦੇ ਜਿਉਂਦੇ ਹੀ ਮ੍ਰਿਤਕ ਹਨ। ਜਿਵੇਂ ਸਤਿਗੁਰੂ ਕਹਿੰਦੇ ਅਤ ਸੁੰਦਰ, ਅਤ ਦਾ ਸੋਹਣਾ ਵੀ ਹੋਵੇ, ਉੱਚੀ ਕੁਲ ਵਿੱਚ ਜਨਮ ਵੀ ਹੋਵੇ, ਕੁਲੀਨ, ਚਤਰ ਵੀ ਬੜਾ ਹੋਵੇ, ਬੜਾ ਚੁਸਤ ਚਲਾਕ ਹੋਵੇ, ਮੁਖ ਤੋਂ ਗਿਆਨ ਦੀਆਂ ਗੱਲਾਂ ਵੀ ਬੜੀਆਂ ਘੋਟਦਾ ਹੋਵੇ, ਗਿਆਨ ਦੀਆਂ ਗੱਲਾਂ ਵੀ ਬੜੀਆਂ ਕਰਦਾ ਹੋਵੇ, ਤੇ ਧਨ ਵੀ ਬਹੁਤਾ ਹੋਵੇ। ਅਤ ਸੁੰਦਰ, ਕੁਲੀਨ, ਚਤੁਰ, ਮੁਖ ਗਿਆਨੀ, ਧਨਵੰਤ, ਮ੍ਰਿਤਕ ਕਹੀਐ ਨਾਨਕਾ, ਜਿਹ ਪ੍ਰੀਤ ਨਹੀਂ ਭਗਵੰਤ। ਪਰ ਜੇ ਪਰਮੇਸ਼ਰ ਨਾਲ ਪ੍ਰੀਤ ਨਹੀਂ, ਇਹ ਸਾਰਾ ਕੁਝ ਹੁੰਦਿਆਂ ਮਹਾਰਾਜ ਕਹਿੰਦੇ ਮੁਰਦਾ ਹੀ ਤੁਰਿਆ ਫਿਰਦਾ ਹੈ। ਨਾਨਕ ਸੇਈ ਮੂਏ ਜੇ ਨਾਮ ਨਾ ਚੇਤੈ। ਮਹਾਰਾਜ ਕਹਿੰਦੇ ਉਹ ਮਰ ਗਏ ਜਾਣੋ, ਆਤਮਕ ਮੌਤੇ ਮਰੇ ਹੋਏ ਹਨ, ਸਰੀਰਕ ਤਲ ਤੇ ਜਿਉਂਦੇ ਹਨ, ਜਿਹੜੇ ਨਾਮ ਨਹੀਂ ਚੇਤੇ ਕਰਦੇ। ਕਿਉਂਕਿ ਅਸਲ ਜੀਵਨ ਮਨੁੱਖ ਦਾ ਉਦੋਂ ਹੀ ਹੈ ਜਦੋਂ ਨਾਮ ਨਾਲ ਜੁੜਦਾ ਹੈ। ਤਾਂ ਹੀ ਬਾਬਾ ਜੀ ਨੇ ਆਖਿਆ ਸੀ ਆਖਾਂ ਜੀਵਾ ਵਿਸਰੈ ਮਰ ਜਾਓ, ਤੇ ਨਾਲ ਹੀ ਅੱਗੇ ਕਹਿ ਦਿੱਤਾ ਆਖਣ ਔਖਾ ਸਾਚਾ ਨਾਓ। ਨਾਨਕ ਸੇਈ ਮੂਏ ਜੇ ਨਾਮ ਨਾ ਚੇਤਾ ਹੈ, ਜਿਹੜੇ ਨਾਮ ਨੂੰ ਚੇਤੇ ਨਹੀਂ ਕਰਦੇ ਉਹ ਮਰੇ ਜਾਣੋ। ਭਗਤ ਜੀਵੇ ਵਿਚਾਰੀ, ਤੇ ਪ੍ਰਭੂ ਦੀ ਭਗਤੀ ਕਰਨ ਵਾਲੇ ਭਗਤ ਜੀਵੇ। ਵਿਚਾਰੋ ਕਿ ਉਹ ਪ੍ਰਭੂ ਦੇ ਭਗਤ ਜਿਉਂਦੇ ਹਨ। ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਕੀਤੀ ਹੈ ਉਹ ਜਿਉਂਦੇ ਹਨ, ਉਹ ਸਦਾ ਵਾਸਤੇ ਜਿਉਂਦੇ ਆ, ਸਦਾ ਵਾਸਤੇ ਅਮਰ ਵਾ। ਉਹ ਸਰੀਰ ਕਰਕੇ ਸੰਸਾਰ ਤੋਂ ਭਾਵੇਂ ਕੂਚ ਵੀ ਕਰ ਜਾਂਦੇ ਉਹ ਫਿਰ ਵੀ ਜਿਉਂਦੇ ਹਨ। ਉਹ ਸਦਾ ਵਾਸਤੇ ਅੰਮ੍ਰਿਤ ਤੇ ਅਬਿਨਾਸੀ ਨਾਲ ਜੁੜ ਕਰਕੇ ਅਮਰ ਅਬਿਨਾਸੀ ਹੋ ਜਾਂਦੇ ਆ। ਇਹ ਸਤਿਗੁਰੂ ਜੀ ਨੇ, ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਸਾਹਿਬ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਇੱਕ ਵਾਰੀ ਫੇਰ ਅੰਮ੍ਰਿਤ ਦੇ ਦਾਤੇ, ਪੰਥ ਦੇ ਵਾਲੀ, ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਰਬੱਤ ਗੁਰੂ ਕੀਆਂ ਸੰਗਤਾਂ ਨੂੰ, ਗੁਰੂ ਕੇ ਖਾਲਸੇ ਪੰਥ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਔਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਅੰਦਰ ਜੋ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਦੇ ਜਾਪ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਹਨ ਸਰੋਵਰ ਦੇ ਕੰਢੇ ਤੇ ਜੋ ਉਸ ਸਥਾਨ ਤੇ। ਸੋ ਜਿਨ੍ਹਾਂ ਦੇ ਭੋਗ ਸਾਧ ਸੰਗਤ ਜੀ 9:30 ਵਜੇ ਦੇ ਨਾਲ ਆਰੰਭ ਹੋਣਗੇ, ਭੋਗ ਸੰਪੂਰਨ ਹੋਣਗੇ। ਗੁਰੂ ਕੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰੀਏ ਜੀ। ਆਪ ਜਗਾਏ ਸੇਈ ਜਾਗੀ, ਗੁਰ ਕੈ ਸ਼ਬਦ ਵਿਚਾਰੀ। ਨਾਨਕ ਸੇਈ ਮੂਏ ਜੇ ਨਾਮ ਨਾ ਚੇਤ ਹੈ, ਭਗਤ ਜੀਵੇ ਵਿਚਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।